ਸਤਿ ਸ਼੍ਰੀ ਅਕਾਲ ਮੈਂ ਸੁਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਐਵਰੀ ਮੰਡੇ ਆਪਾਂ 6 to 7 ਇਮੀਗ੍ਰੇਸ਼ਨ ਸ਼ੋਅ ਲੈ ਕੇ ਆਉਂਦੇ ਹਾਂ ਸਾਡੇ ਸਪੈਸ਼ਲਿਸਟ ਇਕਬਾਲਦੀਪ ਸਿੰਘ ਦੇ ਨਾਲ ਮੈਂ ਹਮੇਸ਼ਾ ਇੱਕ ਲਫ਼ਜ਼ ਯੂਜ਼ ਕਰਦਾ ਕਿ ਮੈਂ ਬਹੁਤ ਘੱਟ ਕਰਨੀ ਲਾਇਕ ਕਰਦਾ ਕਿਉਂਕਿ ਸ਼ੋਅ ਉਹਨਾਂ ਦੇ ਲੋਕਾਂ ਨੂੰ ਮਦਦ ਦੇਣੀ ਹੈ ਤੇ ਮੈਂ ਸਿੱਧਾ ਉਹਨਾਂ ਨੂੰ ਇੰਟਰੋਡਿਊਸ ਕਰਕੇ ਕਾਫੀ ਇੰਪੋਰਟੈਂਟ ਗੱਲਾਂ ਨੇ ਲਾਕਡਾਊਨ ਖੁੱਲ ਚੁੱਕਾ ਹੈ ਕਾਫੀ ਹੁਣ ਤਕਰੀਬਨ ਆਲਮੋਸਟ ਸਾਰਾ ਹੀ ਥੋੜ੍ਹੇ ਜਿਹੇ ਜਿਮ ਵਗੈਰਾ ਬੰਦ ਨੇ ਅਸੀਂ ਜ਼ਿਆਦਾ ਇਮੀਗ੍ਰੇਸ਼ਨ ਬਾਰੇ ਗੱਲ ਕਰਾਂਗੇ ਮੈਂ ਉਹਨਾਂ ਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਮੈਂ ਨੰਬਰ ਰੀਡ ਕਰ ਦਿੰਦਾ 0121551001 ਜੋ ਕਿ ਸਕਰੀਨ ਤੇ ਵੀ ਆ ਰਿਹਾ ਪਲੀਜ਼ ਤੁਸੀਂ ਕਾਲ ਕਰੋ ਕਿਸੇ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਤੁਹਾਨੂੰ ਮੁੱਦਾ ਕਿਸੇ ਵੀ ਤਰ੍ਹਾਂ ਤੁਸੀਂ ਜਾਣ ਪਛਾਣ ਕਰਦੇ ਹੋ ਸਟੂਡੈਂਟ ਹੈਗੇ ਹੋ EU ਕੰਟਰੀ 'ਚ ਆਏ ਹੋ ਜਾਂ UK ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦਾ ਵਿਆਹ ਸ਼ਾਦੀ ਕੀਤੀ ਹੈ ਕਾਲ ਕਰੋ ਔਰ ਮੈਂ ਹਮੇਸ਼ਾ ਫਿਰ ਵੀ ਕਹਿੰਦਾ ਹੁੰਦਾ ਅਗਰ ਤੁਸੀਂ ਵਕੀਲ ਸਾਹਿਬ ਨਾਲ ਗੱਲ ਕਰਨੀ ਹੈ ਸ਼ੋਅ ਦੇ ਦਰਮਿਆਨ ਕਾਲ ਕਰੋ ਅਦਰਵਾਈਜ਼ ਤੁਸੀਂ ਰਾਤ ਨੂੰ 10 ਵਜੇ ਤੱਕ ਸਾਡਾ ਨੰਬਰ ਕਾਲ ਕਰਕੇ ਆਪਣਾ ਮੈਸੇਜ ਛੱਡ ਸਕਦੇ ਹੋ ਫਿਰ ਤੁਹਾਡਾ ਕਾਲ ਲੌਗ ਵਕੀਲ ਸਾਹਿਬ ਨੂੰ ਦਿੱਤੀ ਜਾਏਗੀ ਇਕਬਾਲਦੀਪ ਜੀ ਥੈਂਕ ਯੂ ਤੁਹਾਡੇ ਆਉਣ ਦਾ ਬੜੀ ਮਿਹਰਬਾਨੀ ਬੜੀ ਦੁਨੀਆ ਵੇਟ ਕਰਦੀ ਰਹਿੰਦੀ ਕਿ ਨਵਾਂ ਤੁਸੀਂ ਤੇ ਤੁਹਾਡਾ ਤੇ ਕੰਮ ਹੈ ਨਾ ਨਵਾਂ ਜੋ ਨਿਕਲਦਾ ਤੁਸੀਂ ਔਨ ਹੈਂਡ ਇਨਫੋਰਮੇਸ਼ਨ ਲੈ ਕੇ ਆਉਂਦੇ ਹੋ ਹਾਂਜੀ ਬਿਲਕੁਲ ਜਿੱਦਾਂ ਅਸੀਂ ਕਰਦੇ ਆਏ ਆ ਪੂਰੀ ਕਰੋਨਾ ਵਾਇਰਸ ਲਾਕਡਾਊਨ ਦੇ ਵਿੱਚ ਵੀ ਹੁਣ ਅਸੀਂ ਉਹਨੂੰ ਕੰਟੀਨਿਊ ਰੱਖਾਂਗੇ ਜਿਹੜੀਆਂ ਵੀ ਅਪਡੇਟਸ ਆ ਰਹੀਆਂ ਹੈਗੀਆਂ ਨਹੀਂ ਇਹ ਬੜੀ ਵੱਡੀ ਗੱਲ ਹੈ ਜਦੋਂ ਲਾਕਡਾਊਨ ਵੀ ਸੀ ਤੁਸੀਂ ਘਰੋਂ ਕਰਦੇ ਰਹੇ ਤਾਂ ਕਿ ਲੋਕਾਂ ਨੂੰ ਏਦਾਂ ਨਾ ਹੋਵੇ ਕਿ ਵੀ ਪ੍ਰੋਗਰਾਮ ਨਹੀਂ ਆਇਆ ਹਾਂਜੀ ਕਈ ਲੋਕਾਂ ਨੂੰ ਕਾਫੀ ਬੈਨੀਫਿਟਸ ਹੋਏ ਹੈਗੇ ਆ ਵੀ ਜਦੋਂ ਇਹਨਾਂ ਨੇ ਜਿਹੜੀ ਬੈਨੀਫਿਟ ਸਕੀਮ ਜਿਹੜੀ ਸ਼ੁਰੂ ਕੀਤੀ ਸੀਗੀ ਫੀ ਵੇਵਰ ਜਿਹੜੀ ਐਪਲੀਕੇਸ਼ਨ ਫੀ ਵੇਵਰ ਸ਼ੁਰੂ ਕੀਤੇ ਸੀਗੇ ਲੋਕ ਅਸੀਂ ਦੱਸਿਆ ਆਪਣੀ ਕਮਿਊਨਿਟੀ ਨੂੰ ਤੇ ਲੋਕ ਅਪਲਾਈ ਕੀਤਾ ਕਈਆਂ ਨੇ ਮਿਲੇ ਵੀ ਹੈਗੀ ਆ ਅਕਾਲ ਚੱਲੇ ਤੇ ਇਹਨਾਂ ਦੀ ਬਹੁਤ ਤਾਰੀਫ ਨਹੀਂ ਕਰਨੀ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਨੀ ਹੈ ਪਰ ਫਿਰ ਵੀ ਮੈਂ ਦੱਸਦਾ ਜਾਵਾਂ ਅਕਾਲ ਚੱਲੇ ਦੀ ਕਮਿਟਮੈਂਟ ਇਕਬਾਲਦੀਪ ਜੀ ਕਮਿਟਮੈਂਟ ਰਾਈਟ ਥਰੂ ਦਾ ਲਾਕਡਾਊਨ ਸ਼ੋਅ ਬੰਦ ਨਹੀਂ ਹੋਇਆ ਲਾਈਕ ਦਿਸ ਇਨ ਇੰਗਲਿਸ਼ ਦਾ ਸ਼ੋਅ ਹੈਜ਼ ਟੂ ਗੋ ਔਨ ਅਸੀਂ ਵੀ ਹੁਣ ਸ਼ੋਅ ਔਨ ਕਰੀ ਜਾਂਦੇ ਹਾਂ ਬਹੁਤਾ ਟਾਈਮ ਨਹੀਂ ਵੇਸਟ ਕਰਦੇ ਪਹਿਲਾਂ ਮੈਨੂੰ ਵੀਜ਼ਾ ਸੈਂਟਰ ਬਾਰੇ ਦੱਸੋ ਕੀ ਹਿਸਾਬ ਹੈ ਹੁਣ ਹਾਂਜੀ ਇਹ ਬੜਾ ਇੰਪੋਰਟੈਂਟ ਸਵਾਲ ਆ ਸਭ ਤੋਂ ਪਹਿਲਾਂ ਤੇ ਬਾਰ-ਬਾਰ ਕੁਐਸਚਨ ਇਹ ਆ ਰਿਹਾ ਸੀਗਾ ਵੀ ਇੰਡੀਆ ਦੇ ਵਿੱਚ ਵੀਜ਼ਾ ਸੈਂਟਰਸ ਦਾ ਕੀ ਸਿਚੁਏਸ਼ਨ ਹੈਗੀ ਹੈ ਵੀ ਕਿਉਂਕਿ ਉੱਥੇ ਐਮਬੈਸੀਜ਼ ਬੰਦ ਸੀਗੇ VFS ਬੰਦ ਸੀਗਾ ਜੇ ਤੁਸੀਂ ਵਿਜ਼ਿਟਰ ਵੀਜ਼ਾ ਜਾਂ ਕੋਈ ਵੀ ਤੁਸੀਂ ਵੀਜ਼ਾ ਫਾਈਲ ਕਰਨਾ ਸੀਗਾ ਤੇ ਉਹਦੇ ਕੀ ਹਾਲਾਤ ਹੈਗੇ ਆ ਉਹਨਾਂ ਨੇ ਲਾਸਟ ਵੀਕ ਦੇ ਉੱਤੋਂ ਉਹਨਾਂ ਨੇ ਇੰਡੀਆ ਦੇ ਵਿੱਚ ਓਪਨ ਕੀਤਾ ਹੈਗਾ ਹੁਣ ਜਿਹੜੇ ਕਿ ਉਹਨਾਂ ਦੇ ਵੀਜ਼ਾ ਸੈਂਟਰ ਜਿਹੜੇ ਸੀਗੇ ਜੇ ਤੁਸੀਂ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਜਾਂ ਤੁਹਾਨੂੰ ਕਿਸੇ ਨੂੰ ਰਾਹਦਾਰੀ ਪਾਈ ਜੇ ਤੁਸੀਂ ਪਹਿਲੇ ਨਹੀਂ ਸੀ ਕਰ ਪਾਏ ਤੁਹਾਡਾ ਖਤਮ ਹੋ ਗਿਆ ਉਹਨਾਂ ਨੇ ਸਟਾਪ ਕਰਤਾ ਸੀਗਾ ਉਹਨਾਂ ਨੇ ਹੁਣ ਓਪਨ ਕਰ ਦਿੱਤੇ ਹੈਗੇ ਜਿਹੜੇ ਕਿ ਮੇਨ ਜਿਹੜੇ ਡੋਮੀਨੈਂਟ ਜਿਹੜੇ ਉੱਥੇ ਦੇ ਸੈਂਟਰ ਜਿਹੜੇ ਹੈਗੇ ਆ ਦਿੱਲੀ ਦੇ ਵਿੱਚ ਮੁੰਬਈ ਦੇ ਵਿੱਚ ਚੇਨਈ ਦੇ ਵਿੱਚ ਜਲੰਧਰ ਦੇ ਵਿੱਚ ਇਹ ਜਿਹੜੇ ਮੇਨ ਜਿਹੜੇ ਸੀਗੇ ਉਹਨਾਂ ਨੇ ਓਪਨ ਕੀਤੇ ਹੈਗੇ ਤੁਸੀਂ ਉੱਥੇ ਜਾ ਕੇ ਆਪਣੀਆਂ ਕਰ ਸਕਦੇ ਹੈਗੇ ਪਰ ਉਹ ਕਾਫੀ ਲਿਮਿਟਡ ਸਲੋਟਸ ਹੈਗੇ ਉਹਨਾਂ ਦੇ ਕਿ ਸੋਸ਼ਲ ਡਿਸਟੈਂਸਿੰਗ ਨੂੰ ਆਬਜ਼ਰਵ ਕਰਨਾ ਉਹਨਾਂ ਨੇ ਹਾਂਜੀ ਲਿਮਿਟਡ ਸਲੋਟਸ ਜਿਹੜੇ ਹੈਗੇ ਆ ਤੇ ਹੋਪਫੁਲੀ ਮੈਨੂੰ ਇਹ ਵੀ ਲੱਗਦਾ ਹੈਗਾ ਵੀ ਜਿਹੜੀਆਂ ਪੁਰਾਣੀਆਂ ਐਪਲੀਕੇਸ਼ਨਸ ਜਿਹੜੀਆਂ ਸੀਗੀਆਂ ਪਹਿਲੇ ਮੇਬੀ ਜਿਹੜੀਆਂ ਕੈਂਸਲ ਕੀਤੀਆਂ ਸੀ ਉਹਨਾਂ ਨੂੰ ਪਹਿਲੇ ਉਹ ਡੀਲ ਕਰਨਗੇ ਉਹ ਮੇਰੇ ਕੋਲ 2 ਵੀਕ ਲੱਗਣਗੀਆਂ ਪਰ ਤੁਸੀਂ ਹੁਣ ਜੇ ਤੁਸੀਂ ਉੱਥੋਂ ਦੀ ਇੱਥੇ ਅਪਲਾਈ ਕਰਨਾ ਚਾਹੁੰਦੇ ਹੈਗੇ ਹੋ ਤੇ ਉਹਨਾਂ ਨੇ ਓਪਨ ਕੀਤਾ ਹੈਗਾ ਵੀ ਤੁਸੀਂ ਆਪਣਾ ਸ਼ੁਰੂ ਕਰ ਸਕਦੇ ਹੈਗੇ ਕੰਮ ਤੇ ਇਹ ਚੀਜ਼ ਬੜੀ ਇੰਪੋਰਟੈਂਟ ਸੀਗੀ ਜਿਹੜੀ ਕਿ ਅਸੀਂ ਦੱਸਣੀ ਸੀਗੀ ਪਰ ਇੱਕ ਬੜੀ ਵੱਡੀ ਗੱਲ ਹੈ ਅਸੀਂ ਬੇਸ਼ੱਕ ਕਹਿੰਦੇ ਰਹੇ ਜਦੋਂ ਲਾਕਡਾਊਨ ਸੀਗਾ ਅਗਰ ਤੁਹਾਨੂੰ ਯਾਦ ਹੋਣਾ ਮੈਂ ਬਾਰ ਕਹਿੰਦਾ ਰਿਹਾ ਤੁਹਾਨੂੰ ਬੇਸ਼ੱਕ ਦੇ ਲਾਕਡਾਊਨ ਹੈ ਤੁਸੀਂ ਆਪਣੀ ਐਪਲੀਕੇਸ਼ਨ ਡਿਲੇ ਨਾ ਕਰੋ ਸਿਸਟਮ 'ਚ ਲੱਗ ਜਾਣੀ ਚਾਹੀਦੀ ਹੈ ਅਲੀ ਜਿੱਦਾਂ ਤੁਸੀਂ ਕਿਹਾ ਹੁਣ ਉਹਦੇ ਨਾਲ ਡੀਲ ਕਰ ਸਕਦੇ ਹਾਂਜੀ ਉਹ ਆਨਲਾਈਨ ਐਪਲੀਕੇਸ਼ਨਸ ਤੇ ਉਹਨਾਂ ਨੇ ਥਰੂ ਆਊਟ ਓਪਨ ਰੱਖੀਆਂ ਸੀਗੀਆਂ ਕਈ ਜਿਹੜੀਆਂ ਨਹੀਂ ਸੀ ਆਨਲਾਈਨ ਜਾ ਸਕਦੀਆਂ ਉਹ ਥੋੜਾ ਬਹੁਤਾ ਸੀਗਾ ਕਿਤੇ ਡਿਲੇ ਪਰ ਮੋਸਟ ਆਫ ਦਾ ਐਪਲੀਕੇਸ਼ਨ ਉਹਨਾਂ ਨੇ ਆਨਲਾਈਨ ਕੀਤੀਆਂ ਹੋਈਆਂ ਸੀਗੀਆਂ ਪਰ ਤੁਸੀਂ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੈਗਾ ਹੁਣ ਡਿਸੀਜਨ ਆਉਣੇ ਸ਼ੁਰੂ ਹੋ ਜਾਣਗੇ ਉਹਨਾਂ ਦੇ ਤੇ ਥੋੜੀ ਜਿਹੀ ਇਸ ਵੇਲੇ ਪ੍ਰੋਬਲਮ ਇਹ ਆ ਰਹੀ ਹੈਗੀ ਹੈ ਵੀ ਜਿਹੜੀ ਸੋਪਰਾ ਸਟੀਰਾ ਜਿਹੜੀ ਹੈਗੀ ਉਹਦੇ ਵਿੱਚ ਅਪਾਇੰਟਮੈਂਟਸ ਬਹੁਤ ਘੱਟ ਆ ਰਹੀਆਂ ਪਰ ਹੁਣ ਉਹ ਵੀ ਹੁਣ ਮਿਲਣੀਆਂ ਸ਼ੁਰੂ ਹੋ ਗਈਆਂ ਹੌਲੀ ਬਹੁਤ ਜਿੱਦਾਂ ਤੁਹਾਨੂੰ ਸਲੋਲੀ ਉਹ ਤੁਹਾਨੂੰ ਉਹ ਵੀ ਅਪਾਇੰਟਮੈਂਟਸ ਤੁਹਾਨੂੰ ਉਹਨਾਂ ਨੇ ਦੇਣੀਆਂ ਸ਼ੁਰੂ ਕਰਤੀਆਂ ਵੀ ਜਿਨ੍ਹਾਂ ਨੇ ਅਪਲਾਈ ਕੀਤਾ ਹੈਗਾ ਲਾਕਡਾਊਨ ਦੇ ਦੌਰਾਨ ਉਹਨਾਂ ਨੂੰ ਹੁਣ ਅਪਾਇੰਟਮੈਂਟਸ ਮਿਲ ਜਾਣਗੀਆਂ ਸਰਵਿਸ ਐਂਡ ਸਪੋਰਟ ਸੈਂਟਰ ਦੇ ਵਿੱਚ ਜਾਂ ਜਿਹੜੀ ਸੋਪਰਾ ਸਟੀਰਾ ਦੇ ਪਰ ਉਹ ਕਾਫੀ ਲਿਮਿਟਡ ਜਿੱਦਾਂ ਮੈਂ ਕਿਹਾ ਹੌਲੀ ਕਰਕੇ ਇਨਕਰੀਜ਼ ਹੋ ਰਿਹਾ ਆ ਹੌਲੀ ਕਾਫੀ ਸਲੋ ਪ੍ਰੋਗਰੈਸ ਹੈਗੀ ਆ ਪਰ ਹੋ ਰਿਹਾ ਆ ਪਰ ਇੱਕ ਗੱਲ ਹੈਗੀ ਹੈ ਬੇਸ਼ੱਕ ਦੀ ਹੌਲੀ ਹੋ ਰਿਹਾ ਕਿਉਂਕਿ ਬੈਕਲੌਗ ਹੋਏਗੀ ਕਲੀਅਰ ਕਰਨੀ ਹੈ ਤੁਹਾਡੇ ਵੱਲੋਂ ਡਿਲੇ ਨਹੀਂ ਹੋਣੀ ਚਾਹੀਦੀ ਤੁਹਾਡੀ ਤੇ ਐਪਲੀਕੇਸ਼ਨ ਕਿਉਂਕਿ ਹੁਣ ਐਕਸਕਿਊਜ਼ ਨਹੀਂ ਹੈ ਉਹ ਤੁਹਾਨੂੰ ਅੱਦਾ ਦਾ ਜਿੱਦਾਂ ਸਿੰਪਥੈਟਿਕ ਸੀਗੇ ਪਹਿਲਾਂ ਹੌਲੀਡੇ ਪੀਰੀਅਡ ਦਿੱਤਾ ਸੀ ਆਰਾਮ ਨਾਲ ਕਰਦੇ ਸੀ ਉਹ ਤੇ ਖਤਮ ਹੋ ਗਿਆ ਨਾ ਸਾਰਾ ਕੁਝ ਹੱਦ ਤੱਕ ਹੈਗਾ ਵੀ ਹੈ ਹਲੇ ਇਨ ਬਿਟਵੀਨ ਹਲੇ ਕਈ ਬੈਨੀਫਿਟਸ ਹੈਗੇ ਇਨ ਬਿਟਵੀਨ ਹੈ ਹਲੇ ਹੌਲੀ ਹੋ ਰਿਹਾ ਪਰ ਹੌਲੀ ਚਾਂਸ ਲੈਣਾ ਬਾਈ ਹਾਂਜੀ ਚਾਂਸ ਤੇ ਨਹੀਂ ਲੈਣਾ ਚਾਹੀਦਾ ਪਰ ਜੇ ਤੁਹਾਡਾ ਵੀਜ਼ਾ ਰਨ ਆਊਟ ਹੋ ਰਿਹਾ ਤੁਸੀਂ ਆਨਲਾਈਨ ਅਪਲਾਈ ਕਰੋ ਉਹ ਤਾਂ ਤੁਸੀਂ ਅਪਲਾਈ ਕਰਕੇ ਵੇਟ ਕਰੋ ਉਹਨਾਂ ਦੀ ਤੁਹਾਨੂੰ ਕੋਈ ਨਾ ਕੋਈ ਇਨਵੀਟੇਸ਼ਨ ਦੇਣਗੇ ਤੁਹਾਨੂੰ ਜਿੱਦਾਂ ਅਸੀਂ ਲਾਸਟ ਸ਼ੋਅ ਤੇ ਵੀ ਕਿਹਾ ਸੀਗਾ ਵੀ ਜੇ ਤੁਸੀਂ ਅਪਲਾਈ ਕੀਤਾ ਹੈਗਾ ਵੀ ਤੁਹਾਡੇ ਫਿੰਗਰਪ੍ਰਿੰਟਸ ਉਹਨਾਂ ਨੇ ਪਹਿਲੇ ਲਏ ਹੋਏ ਆ ਪਹਿਲੀ ਪੁਰਾਣੀ ਤੁਹਾਡੀ ਐਪਲੀਕੇਸ਼ਨ ਦੇ ਨਾਲ ਤੇ ਤੁਹਾਨੂੰ ਇਦਾਂ ਵੀ ਹੋ ਸਕਦਾ ਹੈਗਾ ਵੀ ਤੁਹਾਨੂੰ ਉਹ ਅਪਾਇੰਟਮੈਂਟ ਨਾ ਜਾਣਾ ਪਵੇ
ਉਹ ਤੁਹਾਡੇ ਪੁਰਾਣੇ ਫਿੰਗਰਪ੍ਰਿੰਟਸ ਹੀ ਯੂਜ਼ ਕਰ ਸਕਦਾ ਹੈ ਕਿ ਉਹਨਾਂ ਨੇ ਗਾਈਡਲਾਈਨ ਲਾਸਟ ਵੀਕ ਕੱਢੀ ਹੈ ਕਿ ਉਹਨੂੰ ਹੁਣ ਮੈਂ ਖਿਆਲ ਨੈਕਸਟ ਵੀਕ ਤੋਂ ਸ਼ੁਰੂ ਹੋ ਜਾਣਾ ਪਰ ਉਹਨਾਂ ਨੇ ਜਿਹੜੀਆਂ ਉਹ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਹੋਮ ਆਫਿਸ ਆਪ ਸ਼ਾਰਟਲਿਸਟ ਕਰੂਗਾ ਤੇ ਉਹ ਜਿਹੜੇ ਐਪਲੀਕੈਂਟਸ ਜਿਹੜੇ ਹੈਗੇ ਉਹਨਾਂ ਨੂੰ ਉਹ ਲਿਖਣਗੇ ਜਿਹਦੇ ਵਿੱਚ ਸਿਰਫ ਡਾਕੂਮੈਂਟਸ ਤੁਸੀਂ ਭੇਜਣੇ ਹੈਗੇ ਆ ਤੇ ਆਪਣੀ ਫੋਟੋਗ੍ਰਾਫਸ ਭੇਜਣੀਆਂ ਪਰ ਮੇਰੇ ਖਿਆਲ ਨਾਲ ਨੈਕਸਟ ਵੀਕ ਤੋਂ ਉਹ ਵੀ ਪਿਕਅਪ ਹੋ ਜਾਣਾ ਹੁਣ ਕਾਫੀ ਵੀ ਜਿਨ੍ਹਾਂ ਦੇ ਪੁਰਾਣੇ ਫਿੰਗਰਪ੍ਰਿੰਟਸ ਹੋਏ ਹੈਗੇ ਆ ਤੇ ਤੁਹਾਨੂੰ ਵੀਜ਼ਾ ਸੈਂਟਰ ਜਾਣ ਦੀ ਵੀ ਲੋੜ ਨਹੀਂ ਪੈਣੀ ਪਰ ਜਿਨ੍ਹਾਂ ਦੇ ਕਦੀ ਨਹੀਂ ਫਿੰਗਰਪ੍ਰਿੰਟਸ ਹੋਏ ਉਹਨਾਂ ਨੂੰ ਤੇ ਜਾਣਾ ਪੈਣਾ ਆ ਪਰ ਜੇ ਤੁਹਾਡੇ ਕੋਲ ਜਿਹਦਾ ਫੋਰ ਐਗਜ਼ਾਮਪਲ ਕੋਈ ਸਟ੍ਰੇਟ ਫੋਰਵਰਡ ਕੇਸ ਹੈਗਾ ਆ ਉਹਦੇ ਵਿੱਚ ਜੇ ਪੁਰਾਣਾ ਤੁਸੀਂ ਦਿੱਤਾ ਹੈਗਾ ਤੇ ਉਹ ਯੂਜ਼ ਕਰ ਸਕਣਗੇ ਉਹ ਇੱਕ ਬੜੀ ਇੰਪੋਰਟੈਂਟ ਗੱਲ ਹੈ ਮੇਰੇ ਨਾਲ ਦੀ ਨਾਲ ਕੁਝ ਬਾਹਰ ਨਹੀਂ ਜਾ ਰਿਹਾ ਸਬਜੈਕਟ ਤੋਂ ਜਦੋਂ ਤੁਸੀਂ ਕਾਰ ਸਿੱਖਣ ਲੱਗਦੇ ਹੋ ਤੁਸੀਂ ਬੜੇ ਅੱਛੇ ਡਰਾਈਵਰ ਬਣ ਜਾਂਦੇ ਹੋ ਜਦੋਂ ਤੁਸੀਂ ਟੈਸਟ ਦੇਣ ਜਾਂਦੇ ਹੋ ਤੁਹਾਨੂੰ ਇੱਕ ਡਰਾਈਵਿੰਗ ਸਕੂਲ ਨਾਲ ਬੁੱਕ ਕਰਕੇ ਤਾਂ ਜਾਣਾ ਪੈਂਦਾ ਪ੍ਰੋਫੈਸ਼ਨਲ ਦੇ ਨਾਲ ਬੇਸ਼ੱਕ ਤੁਸੀਂ ਬੜੇ ਮਾਹਰ ਹੋ ਗਏ ਆਪਣੇ ਐਪਲੀਕੇਸ਼ਨ ਕਰਨ ਦੇ ਵਿੱਚ ਇਮੀਗ੍ਰੇਸ਼ਨ ਨਾਲ ਡੀਲ ਕਰਨ ਨੂੰ ਹਮੇਸ਼ਾ ਸੁਜੈਸਟ ਕਰਾਂਗਾ ਪ੍ਰੋਫੈਸ਼ਨਲ ਦੀ ਤੁਸੀਂ ਮਦਦ ਲਵੋ ਕਿਉਂਕਿ ਐਟਲੀਸਟ ਫਸਟ ਟਾਈਮ ਜਦੋਂ ਐਪਲੀਕੇਸ਼ਨ ਜਾਏਗੀ ਦੇ ਵਿਲ ਮੇਕ ਸ਼ੋਰ ਕਿ ਜੋ ਪੇਪਰ ਵਰਕ ਚਾਹੀਦਾ ਪ੍ਰੋਪਰ ਇੰਟੈਕਟ ਤਾਂ ਕਿ ਵਾਪਸ ਅੱਗੇ ਪਿੱਛੇ ਨਾ ਹੋਵੇ ਟਾਈਮ ਨਾ ਜ਼ਾਇਆ ਹੋਵੇ ਹਾਂਜੀ ਕਦੀ ਮਿਸਟੇਕਸ ਹੋ ਜਾਂਦੀਆਂ ਹੁੰਦੀਆਂ ਬੰਦੇ ਕੋਲ ਪਰ ਸਾਡੇ ਅਸੀਂ ਕੋਸ਼ਿਸ਼ ਕਰੀਦੀ ਵੀ ਜਿੰਨਾ ਵੱਧ ਤੋਂ ਵੱਧ ਕੰਪਲਾਈਂਸ ਜਿਹੜੀ ਹੋਵੇ ਜਿਹਦੇ ਵੀ ਰੂਲਸ ਦੇ ਅਕੋਰਡਿੰਗਲੀ ਤੁਸੀਂ ਐਪਲੀਕੇਸ਼ਨ ਭੇਜੋ ਜੋ ਚਾਹੀਦਾ ਹੈਗਾ ਉਹ ਪ੍ਰੋਵਾਈਡ ਕੀਤਾ ਜਾਵੇ ਸਾਰਾ ਬਿਲਕੁਲ ਦੇਖੋ ਮੇਰੇ ਵਰਗਾ ਹੁਣ ਬੈਠਾ ਕਿੰਨਾ ਵੀ ਹੋਵੇ ਜੋ ਤੁਸੀਂ ਕਰਦੇ ਹੋ ਤੇ ਮੈਂ ਕਰ ਨਹੀਂ ਸਕਦਾ ਤੁਸੀਂ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਨੌਲੇਜ ਹੁੰਦੀ ਹੈ ਥੋੜੀ ਬਹੁਤੀ ਉਹ ਬੜੀ ਡੇਂਜਰਸ ਹੁੰਦੀ ਹੈ ਹਾਂਜੀ ਚਲੋ ਸਾਡੀ ਜੌਬ ਹੀ ਹੈ ਅਸੀਂ ਤੇ ਜਿੰਨੀ ਕੋਸ਼ਿਸ਼ ਕਰਨੀ ਹੁੰਦੀ ਵੀ ਸਮੂਥ ਰਹੇ ਸਾਰਾ ਕੁਝ ਇਕਬਾਲਦੀਪ ਜੀ ਹੁਣ ਤੁਸੀਂ ਨਾ ਕਾਫੀ ਗੱਲਾਂ ਕਰਨੀਆਂ ਟਾਈਮ ਬੜੀ ਫਾਸਟ ਜਾ ਰਿਹਾ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਐਕਸਪਲੇਨ ਕਰੋ ਜਿਹੜਾ ਨਵਾਂ ਸਿਸਟਮ ਆਇਆ ਪੁਆਇੰਟ ਦਾ ਲੇਟੈਸਟ ਨਿਊਜ਼ ਹੈਗੀ ਹੈ ਹਾਂਜੀ ਇਹ ਅੱਜ ਹੀ ਸਟੇਟਮੈਂਟ ਆਈ ਹੈਗੀ ਹੈ ਸਾਡੀ ਇੱਥੋਂ ਦੀ ਹੋਮ ਸੈਕਟਰੀ ਦੀ ਜਿਹੜੀ ਹੈ ਨਿਊ ਪੁਆਇੰਟ ਬੇਸ ਸਿਸਟਮ ਉਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ ਜਿਹਦੇ ਵਿੱਚ 1 ਜਨਵਰੀ 2021 ਤੋਂ ਉਹਨਾਂ ਨੇ ਪੁਆਇੰਟ ਬੇਸ ਸਿਸਟਮ ਨੂੰ ਇੰਪਲੀਮੈਂਟੇਸ਼ਨ 'ਚ ਲੈ ਆਉਣਾ ਹੈਗਾ ਜਿਹਦੇ ਵਿੱਚ ਤੁਸੀਂ ਭਾਵੇਂ ਤੁਸੀਂ ਜਿਹੜੀ ਮਰਜ਼ੀ ਕੰਟਰੀ ਦੇ ਹੈਗੇ ਹੋ ਭਾਵੇਂ ਤੁਸੀਂ ਯੂਰਪੀਅਨ ਹੈਗੇ ਹੋ ਜਾਂ ਤੁਸੀਂ ਨੋਨ ਯੂਰਪੀਅਨ ਹੈਗੇ ਹੋ ਪਰ ਤੁਸੀਂ ਇੱਕੋ ਰੂਲਸ ਦੀ ਅੰਬ੍ਰੇਲਾ ਦੇ ਅੰਡਰ ਹੋਣਾ ਆ ਇਹ ਨਹੀਂ ਹੈਗਾ ਵੀ ਕਿਸੇ ਵਾਸਤੇ ਕੋਈ ਜਿੱਦਾਂ ਯੂਰਪੀਅਨ ਯੂਨੀਅਨ ਦੇ ਸਿਟੀਜ਼ਨਸ ਵਾਸਤੇ ਕੋਈ ਕਾਨੂੰਨ ਹੋਣਾ ਤੇ ਨੋਨ ਯੂਰਪੀਅਨ ਸਿਟੀਜ਼ਨਸ ਵਾਸਤੇ ਕੋਈ ਹੋਰ ਕਾਨੂੰਨ ਹੋਣਾ ਇਦਾਂ ਦੀ ਸਾਰੀ ਚੀਜ਼ 1 ਜਨਵਰੀ 2021 ਨੂੰ ਫਿਨਿਸ਼ ਹੋ ਜਾਣੀ ਹੈਗੀ ਆ ਜਿਹਦੇ ਵਿੱਚ ਪੁਆਇੰਟ ਬੇਸ ਸਿਸਟਮ ਦੇ ਅਕੋਰਡਿੰਗ ਕੋਈ ਵੀ ਕੰਟਰੀ ਦੇ ਕੋਈ ਇਦਾਂ ਡਿਫਰੈਂਟ ਨਹੀਂ ਹੋਏਗਾ ਕੋਈ ਡਿਫਰੈਂਟ ਪਾਰਸ਼ੈਲਿਟੀ ਨਹੀਂ ਹੈਗੀ ਕੋਈ ਯੂਨੀਅਨ ਨਹੀਂ ਹੈਗੀ ਪਹਿਲੇ ਤੋਂ ਸਾਰਾ ਕੰਟਰੋਲ ਇਹਨਾਂ ਦੇ ਆਪਣੇ ਜਿਹੜਾ ਯੂਕੇ ਇਮੀਗ੍ਰੇਸ਼ਨ ਜਿਹੜਾ ਲਾਅ ਇਹਨਾਂ ਨੇ ਪੁਆਇੰਟ ਬੇਸ ਸਿਸਟਮ ਸ਼ੁਰੂ ਕੀਤਾ ਹੈਗਾ ਉਹ ਇੰਪਲੀਮੈਂਟ ਹੋਣਾ ਇਹ ਇਹਨਾਂ ਦਾ ਇਹੀ ਤਾਂ ਆਈਡੀਆ ਸੀਗਾ ਬਿਕੋਜ਼ ਸਾਰਾ ਕੰਟਰੋਲ ਆਪਣਾ ਰੱਖਣਾ ਚਾਹੁੰਦੇ ਹਾਂਜੀ ਉਹ ਜੋ ਵੀ ਇਹਨਾਂ ਨੇ ਆਪਣੀ ਕੰਟਰੋਲ ਕਰਨੀ ਹੈਗੀ ਮਾਈਗ੍ਰੇਸ਼ਨ ਜਾਂ ਉਹਨੂੰ ਵਧਾਉਣਾ ਹੈਗਾ ਇਹ ਹੁਣ ਸਾਰੀ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਕਿ ਫ੍ਰੀ ਮੂਵਮੈਂਟ ਬਿਲਕੁਲ ਬੰਦ ਹੈ ਹੁਣ ਅਸੀਂ ਕੋਸ਼ਿਸ਼ ਕਰਾਂਗੇ ਥੋੜੇ ਟਾਈਮ ਦੇ ਵਿੱਚ ਅੱਧੇ ਘੰਟੇ ਦਾ ਸ਼ੋਅ ਹੁੰਦਾ ਹੈ ਕਾਫੀ ਗੱਲਾਂ ਕਰਨ ਵਾਲੀਆਂ ਸਪੈਸ਼ਲੀ ਯੂਰਪੀਅਨ ਕੰਟਰੀਜ਼ ਦੇ ਵਿੱਚ ਜਿਹਦਾ ਥੋੜਾ ਬਹੁਤਾ ਇਕਬਾਲਦੀਪ ਨੇ ਦੱਸਿਆ ਉਹ ਵੀ ਗੱਲ ਕਰਾਂਗੇ ਹੁਣ ਅਸੀਂ ਪੁਆਇੰਟਸ ਦੀ ਗੱਲ ਕੀਤੀ ਹੈ ਇਹ ਪਹਿਲਾਂ ਮੈਂ ਬਾਅਦ ਪੁੱਛਾਂਗਾ ਕਿ ਕਿੱਦਾਂ ਬੇਸ ਹੁੰਦੇ ਇਹਨੂੰ obtain ਕਿੱਦਾਂ ਕਰਦੇ ਹੋ ਤੁਸੀਂ ਹਾਊ ਡੂ ਯੂ ਦੇਖੋ ਜਿਹੜੇ ਟੋਟਲ ਪੁਆਇੰਟਸ ਉਹਨਾਂ ਨੇ ਜਿਹੜੀ ਇਨ ਅਕੋਰਡੈਂਸ ਵਿਦ ਪਾਲਿਸੀ ਜਿਹੜੇ ਉਹਨਾਂ ਨੇ ਰੱਖੇ ਹੈਗੇ ਉਹ ਹੈਗੇ 70 ਪੁਆਇੰਟ ਅਚੀਵ ਕਰਨੇ ਹੈਗੇ 70 ਪੁਆਇੰਟਸ ਤੁਹਾਨੂੰ ਚਾਹੀਦੇ ਹੋਣਗੇ ਜਿਹਦੇ ਵਿੱਚ ਤੁਸੀਂ 70 ਪੁਆਇੰਟਸ ਅਚੀਵ ਕਰ ਲੈਂਦੇ ਹੈਗੇ ਹੋ ਤੇ ਤੁਸੀਂ ਆਟੋਮੈਟਿਕਲੀ ਤੁਸੀਂ ਕੁਆਲੀਫਾਈ ਕਰੋਗੇ ਆਬਵੀਅਸਲੀ ਤੁਹਾਡੀ ਅਦਰ ਕੰਡੀਸ਼ਨਸ ਜਿਹੜੀਆਂ ਹੈਗੀਆਂ ਤੁਹਾਡੀ ਸੂਟੇਬਿਲਿਟੀ ਹੋਗੀ ਜਾਂ ਤੁਹਾਡਾ ਕੋਈ ਕਾਨੂੰਨ ਰਿਕਾਰਡ ਨਾ ਹੋਵੇ ਤੁਸੀਂ ਪਹਿਲੇ ਓਵਰਸਟੇ ਨਾ ਹੋਏ ਇਹ ਗੱਲਾਂ ਨੂੰ ਉਹਨਾਂ ਨੇ ਦੇਖਣਾ ਹੈਗਾ ਪਰ ਅਦਰਵਾਈਜ਼ ਜੇ ਤੁਹਾਡੀ ਇਦਾਂ ਦੀ ਕੋਈ ਬੈਕਗ੍ਰਾਉਂਡ ਤੁਹਾਡਾ ਸਾਰਾ ਕਲੀਅਰ ਹੈਗਾ ਤੇ ਤੁਸੀਂ ਜੇ 70 ਪੁਆਇੰਟ ਤੁਸੀਂ ਆਬਟੇਨ ਕਰ ਲੈਂਦੇ ਹੈਗੇ ਹੋ ਤੇ ਤੁਹਾਨੂੰ ਉਹਨਾਂ ਨੇ ਗ੍ਰਾਂਟ ਕਰ ਦੇਣੀ ਹੈਗੀ ਹੈ ਮੈਂ ਨਾ ਤੁਹਾਨੂੰ ਬਾਅਦ ਚ ਪੁੱਛਣਾ ਸੀ ਤੁਸੀਂ ਹੁਣ ਗੱਲ ਨਾਲ ਹੀ ਛੋੜ ਦਿੱਤੀ ਮੈਂ ਨਾਲ ਹੀ ਸ਼ੁਰੂ ਕਰ ਲੈਣਾ ਉਹਦੇ ਵਿੱਚ ਆਂਦਾ ਸੈਲਰੀ ਦਾ ਪਹਿਲਾਂ ਜੇ ਸੈਲਰੀ ਲੋ ਮਿਨੀਮਮ 20000 ਜਿਹੜੀ ਪੁਆਇੰਟਸ ਜਿਹੜੇ ਆਉਂਦੇ ਉਹ ਸਭ ਤੋਂ ਪਹਿਲੇ ਉਹ ਆਉਂਦੀ ਹੈਗੀ ਤੁਹਾਡੀ ਜੌਬ ਆਫਰ ਹਾਂ ਵੀ ਤੁਹਾਨੂੰ ਤੁਸੀਂ ਜਿਹੜੀ ਮਰਜ਼ੀ ਕੰਟਰੀ ਦੇ ਨੈਸ਼ਨਲ ਹੋਵੋ ਤੁਹਾਡੇ ਕੋਲ ਯੂਕੇ ਦੇ ਵਿੱਚ ਜੌਬ ਹੈਗੀ ਹੈ ਜਾਂ ਤੁਹਾਡੇ ਕੋਲ ਆਫਰ ਹੈਗੀ ਤੁਹਾਨੂੰ ਕੌਣ ਦਊਗਾ ਇੱਥੇ ਤੁਸੀਂ ਕਦ ਲਈ ਆ ਰਹੇ ਹੋ ਤੁਸੀਂ ਕੰਮ ਕਰਨ ਆ ਰਹੇ ਹੋ ਦੈਟਸ ਦ ਫਰਸਟ ਪੁਆਇੰਟ ਵੀ ਤੁਸੀਂ ਕਦ ਲਈ ਆਉਂਦੇ ਪਏ ਹੋ ਹਾਂ ਆਫ ਕੋਰਸ ਕੰਮ ਕਰਨ ਲਈ ਆਉਂਦੇ ਪਏ ਤੁਹਾਨੂੰ ਕੋ ਜੌਬ ਦੀ ਆਫਰ ਹੈਗੀ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਦੇਖਣਾ ਹੈਗਾ ਉਸ ਤੋਂ ਬਾਅਦ ਉਹ ਜੌਬ ਆਫਰ ਕਿੱਦਾਂ ਦੀ ਹੈਗੀ ਆ ਤੇ ਉਹਦੇ ਵਿੱਚ ਉਸ ਤੋਂ ਬਾਅਦ ਇਹ ਦੇਖਣਾ ਕਿੰਨੀ ਉਹਦੀ ਸੈਲਰੀ ਹੈਗੀ ਆ ਤੁਸੀਂ ਸੈਲਰੀ ਦੇ ਪੁਆਇੰਟਸ ਤੁਹਾਨੂੰ ਮਿਲਣਗੇ ਤੇ ਤੁਸੀਂ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਜਿਹੜੀ ਹੈਗੀ ਉਹਦੇ ਤੁਹਾਨੂੰ ਪੁਆਇੰਟਸ ਮਿਲਣਗੇ ਜੇ ਤੁਸੀਂ ਜੌਬ ਆਫਰ ਜਿਹੜੀ ਤੁਹਾਡੀ ਹੈਗੀ ਆ ਉਹ ਸ਼ਾਰਟੇਜ ਆਫ ਆਕੂਪੇਸ਼ਨ ਲਿਸਟ ਦੇ ਵਿੱਚ ਹੈਗੀ ਤੁਹਾਨੂੰ ਉਹਦੇ ਪੁਆਇੰਟ ਮਿਲਣਗੇ ਪਰ ਜੇ ਤੁਹਾਡੀ ਇਹ ਚੀਜ਼ਾਂ ਉਹਨਾਂ ਨੇ ਰੱਖੀਆਂ ਹੈਗੀਆਂ ਵੀ ਤੁਸੀਂ ਕਿੱਦਾਂ ਉਹਨਾਂ ਨੂੰ ਨੈਗੋਸ਼ੀਏਟ ਕਰਕੇ ਪੁਆਇੰਟਸ ਨੂੰ ਤੁਸੀਂ ਆਪਣੇ ਪੁਆਇੰਟਸ ਪੂਰੇ ਕਰਨੇ ਆ ਤੇ ਜੇ ਤੁਸੀਂ ਪੁਆਇੰਟਸ ਪੂਰੇ ਕਰ ਲੈਂਦੇ ਹੈਗੇ ਉਹ 70 ਪੁਆਇੰਟਸ ਤੁਹਾਡੇ ਹੋ ਜਾਂਦੇ ਆ ਤੇ ਫਿਰ ਤੁਸੀਂ ਐਲੀਜੀਬਲ ਹੋਵੋਗੇ ਤੁਸੀਂ is that easy to obtain 70 pound ਅਜੇ ਜਿਵੇਂ ਤੁਹਾਨੂੰ ਕਹਾਂ ਹੋਣਾ ਬੰਦਾ ਕਹਿੰਦਾ ਮੇਰੀ 22000 ਪਾਉਂਡ ਨਹੀਂ ਹੈਗੀ ਇਨਕਮ ਲੋ ਹੈਗੀ ਹੈ ਹਾਂਜੀ ਤੇ ਉਹ ਕਿਸੇ ਹੋਰ ਏਰੀਆ 'ਚ ਪੁਆਇੰਟ ਗੇਨ ਕਰ ਸਕਦਾ ਹਾਂਜੀ ਹੁਣ ਉਹਦੇ 'ਚ ਉਹਦੀ ਇੰਗਲਿਸ਼ ਵੀ ਵੀਕ ਹੋਵੇ ਫਿਰ ਤਾਂ ਦੋ ਉਹਦੇ ਮਾਈਨਸ ਪੁਆਇੰਟ ਹੋ ਗਏ ਇੰਗਲਿਸ਼ ਦਾ ਤੇ ਜਿਹੜਾ ਹੈਗਾ ਉਹਦਾ ਕੋਈ ਆਲਟਰਨੇਟਿਵ ਹੈ ਨਹੀਂਗਾ
ਤੁਸੀਂ ਜਿਹੜੀ ਮਰਜ਼ੀ ਕੰਟਰੀ ਦੇ ਵਿੱਚ ਹੋ ਰਹੇ ਤੁਹਾਨੂੰ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਹੈਗੀ ਉਹਦੇ 10 ਪੁਆਇੰਟਸ ਫਰਾਂਸ ਤੋਂ ਆਵੇ, ਜਰਮਨੀ ਤੋਂ, ਕਿਤੋਂ ਜਿੱਥੋਂ ਵੀ ਮਰਜ਼ੀ ਹੋਵੇ ਓਕੇ ਡਸਨਟ ਮੈਟਰ ਵੀ ਜਿੱਦਾਂ ਪਹਿਲੇ ਸੀਗਾ ਵੀ ਤੁਹਾਨੂੰ ਓਪਨ ਸੀਗਾ ਜਦੋਂ ਯੂਰਪੀਅਨ ਯੂਨੀਅਨ ਨੂੰ, ਪਰ ਹੁਣ ਉਹਨਾਂ ਨੇ ਸਾਰਾ ਕੁਝ ਇੱਕੋ ਅੰਬ੍ਰੇਲਾ ਦੇ ਅੰਡਰ ਕਰ ਦਿੱਤਾ ਹੈਗਾ ਵੀ ਤੁਸੀਂ ਭਾਵੇਂ ਜਿਹੜੀ ਮਰਜ਼ੀ ਕੰਟਰੀ ਦੇ ਵਿੱਚੋਂ, ਤੁਸੀਂ ਮਿਡਲ ਈਸਟ ਤੋਂ, ਤੁਸੀਂ ਫਾਰ ਈਸਟ ਏਸ਼ੀਆ ਤੋਂ ਹੈਗੇ ਹੋ, ਤੁਸੀਂ ਏਸ਼ੀਆ ਤੋਂ ਹੈਗੇ ਹੋ, ਤੁਸੀਂ ਸਾਊਥ ਅਮਰੀਕਾ ਤੋਂ ਹੈਗੇ ਹੋ, ਤੁਸੀਂ ਜਿਹੜੀ ਮਰਜ਼ੀ ਕੰਟੀਨੈਂਟ ਤੋਂ ਤੁਸੀਂ ਹੈਗੇ ਹੋ, ਤੁਹਾਨੂੰ ਜਿਹੜੀ ਰੂਲਸ ਜਿਹੜੇ ਹੈਗੇ ਸੇਮ ਅਪਲਾਈ ਹੋਣਗੇ। ਪਰ ਮੈਨੂੰ ਲੱਗਦਾ, ਮੇਰੇ ਹਿਸਾਬ ਨਾਲ ਥੋੜਾ ਲੱਗਦਾ ਨਹੀਂ ਥੋੜੀ ਟਫ ਹੋ ਗਿਆ ਇਹਦੇ ਵਿੱਚ। ਟਫ ਵੀ ਹੈਗਾ ਪਰ ਉਹਨਾਂ ਨੇ ਥੋੜਾ ਫਲੈਕਸੀਬਿਲਿਟੀ ਵੀ ਰੱਖੀ ਹੈਗੀ ਹੈ। ਫੋਰ ਐਗਜ਼ਾਮਪਲ ਜੇ ਹੁਣ ਤੁਸੀਂ ਜਿੱਦਾਂ ਉਹਨਾਂ ਨੇ ਸੈਲਰੀ ਦੇ ਪੁਆਇੰਟਸ ਰੱਖੇ ਆ, ਜੇ ਤੁਸੀਂ ਸੈਲਰੀ ਤੁਹਾਡੀ ਘੱਟ ਹੈਗੀ ਆ ਪਰ ਤੁਹਾਡੇ ਕੋਲ PhD ਡਿਗਰੀ ਆ, ਫਿਰ ਤੁਸੀਂ PhD ਡਿਗਰੀ ਤੁਸੀਂ ਕਲੇਮ ਕਰ ਸਕਦੇ ਹੈਗੇ ਹੋ। ਫਿਰ ਇਹ ਤਾਂ ਫਿਰ ਹਾਈ ਸਕਿਲਡ ਹੋ ਗਿਆ ਨਾ, ਲੋ ਹਾਂਜੀ ਹਾਈ ਸਕੇਲਡ ਵਾਸਤੇ ਹੀ ਇਹ ਰੂਟ ਕੱਢਿਆ ਹੋਇਆ ਉਹਨਾਂ ਨੇ, ਲੋ ਸਕੇਲ ਵਾਸਤੇ ਹਾਂਜੀ ਇਹ ਹਾਈ ਸਕੇਲ ਵਾਸਤੇ ਹੈਗਾ ਆ ਕ੍ਰਾਈਟੇਰੀਆ। ਪਰ ਜੇ ਤੁਸੀਂ ਹੁਣ ਜਿੱਦਾਂ ਤੁਸੀਂ ਇੱਕ ਗੱਲ ਕੀਤੀ ਵੀ ਉਹਨਾਂ ਦੀ ਸੈਲਰੀ ਨਹੀਂ ਪੂਰੀ ਹੈਗੀ, ਤੁਹਾਡੀ ਸੈਲਰੀ ਜੇ ਤੁਸੀਂ ਸਰਟਨ ਲੈਵਲ ਤੇ ਤੁਹਾਡੀ ਹੈਗੀ ਆ ਜੇ 23-24 ਹਜ਼ਾਰ, ਜੇ ਤੁਸੀਂ ਉੱਥੇ ਤੁਹਾਨੂੰ ਕਾਫੀ ਪੁਆਇੰਟ ਮਿਲ ਜਾਂਦੇ, ਪਰ ਜੇ ਤੁਹਾਡੀ ਸੈਲਰੀ ਘੱਟ ਆ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਐਂਡ ਆਫ ਦਾ ਵਰਲਡ ਹੈਗਾ ਆ। ਪਰ ਜੇ ਤੁਹਾਡੀ ਜੌਬ ਜੇ ਤੁਸੀਂ ਕਰਦੇ ਪਏ ਹੈਗੇ ਉਹ ਸ਼ਾਰਟੇਜ ਆਫ ਆਕੂਪੇਸ਼ਨ ਜਿਹੜੀ ਹੈਗੀ ਆ ਜੇ ਵੀ ਉਹਦੀ ਉਹ ਬੰਦਿਆਂ ਦੀ ਲੋੜ ਹੈਗੀ ਆ ਉਸ ਕੈਟਾਗਰੀ ਦੇ ਵਿੱਚ, ਉਸ ਜੌਬ ਦੇ ਵਿੱਚ। ਕੋਈ ਵੀ ਰਿਸਰਚਰਸ ਹੋ ਸਕਦੇ, ਕੋਈ ਸਾਇੰਟਿਸਟ ਹੋ ਸਕਦੇ ਹੈਗੇ, ਤੁਹਾਨੂੰ ਉਹਦੇ ਪੁਆਇੰਟ ਮਿਲਣੇ ਹੈਗੇ, 10 ਪੁਆਇੰਟ ਮਿਲਣੇ ਹੈਗੇ। ਜੇ ਤੁਹਾਡੀ ਜੌਬ ਜੇ ਤੁਸੀਂ PhD ਡਿਗਰੀ ਕੀਤੀ ਹੈਗੀ ਆ, ਤੁਹਾਨੂੰ ਐਜੂਕੇਸ਼ਨ ਦੇ ਪੁਆਇੰਟ ਤੁਹਾਨੂੰ ਮਿਲ ਜਾਣੇ ਹੈਗੇ ਆ। ਤੁਸੀਂ ਜਿੱਦਾਂ ਮੈਚ ਕਰ ਸਕਦੇ, ਤੁਸੀਂ ਕਵਰ ਅਪ ਕਰ ਸਕਦੇ ਹੈਗੇ ਆਪਣੇ ਪੁਆਇੰਟਸ, ਇਦਾਂ ਤੁਸੀਂ ਕਰਕੇ ਆਪਣੇ ਪੁਆਇੰਟਸ ਤੁਸੀਂ ਪੂਰੇ ਕਰ ਸਕਦੇ ਹੋ। ਉਹ ਤੁਸੀਂ ਗੱਲ ਕੀਤੀ ਮੇਰੇ ਦਿਮਾਗ 'ਚ ਹੈ, ਕਿਉਂਕਿ ਤੁਸੀਂ ਕੰਟਰੀਆਂ ਦੇ ਨਾਮ ਲਿੱਤੇ। ਹੁਣ ਅਗਰ ਤੁਸੀਂ, ਮੈਂ ਇੰਡੀਆ ਦੇ ਨਹੀਂ, ਮੈਂ ਤੁਹਾਨੂੰ ਹੁਣ ਕਿਤੇ ਮਿਡਲ ਈਸਟ ਦਾ, ਮੈਂ ਤੁਹਾਨੂੰ ਯੂਰਪੀਅਨ ਕੰਟਰੀ ਦੀ ਗੱਲ ਕਰਦਾ, could be French, could be from Egypt ਦੇ ਵਿੱਚੋਂ ਹਾਈਲੀ ਕੁਆਲੀਫਾਈਡ ਹੈਗੇ ਨੇ, ਰੀਅਲੀ ਕੁਆਲੀਫਾਈਡ, ਹਰ ਤਰ੍ਹਾਂ ਦੀ ਡਿਗਰੀ ਹੈਗੀ ਉਹਨਾਂ ਪਾਸ। ਰਾਈਟ। ਇੰਗਲਿਸ਼ ਬਹੁਤ ਵੀਕ ਹੋਣਗੇ ਬਿਕਾਜ਼ ਨੈਚੁਰਲੀ ਇਹਨਾਂ ਕੰਟਰੀਜ਼ ਬਹੁਤ ਇੰਗਲਿਸ਼ ਨਹੀਂ ਬੋਲੀ ਜਾਂਦੀ, ਦੇ ਮਾਸਟਰ ਦੈਮਸੈਲਵਸ ਇਨ देयर ਲੋਕਲ ਲੈਂਗੁਏਜ। ਉਹਦੇ ਵਿੱਚ ਫਿਰ ਕਿੱਦਾਂ ਉਹਨੂੰ ਮਾਰ ਪੈ ਸਕਦੀ ਉਹਦੇ ਵਿੱਚ, ਕਿਉਂਕਿ ਇੰਗਲਿਸ਼ ਨਹੀਂ ਆਉਂਦੀ। ਇੰਗਲਿਸ਼ ਦਾ ਕੋਈ ਆਲਟਰਨੇਟਿਵ ਨਹੀਂ ਹੈਗਾ, ਕੋਈ ਆਲਟਰਨੇਟਿਵ ਨਹੀਂ, ਕੋਈ ਆਲਟਰਨੇਟਿਵ ਨਹੀਂ। ਤੁਹਾਨੂੰ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਮੀਟ ਕਰਨੀ ਪੈਣੀ ਹੈ। ਤੁਸੀਂ ਜਿੱਥੋਂ ਮਰਜ਼ੀ ਆ ਰਹੇ ਹੋ, ਭਾਵੇਂ ਤੁਸੀਂ ਜਿਹੜੀ ਮਰਜ਼ੀ ਕੰਟੀਨੈਂਟ ਤੋਂ ਆ ਰਹੇ ਹੋ, 10 ਪੁਆਇੰਟਸ ਇੰਗਲਿਸ਼ ਤੇ ਹੈਗੇ। ਸਕਿਲਡ ਇਹ ਰੂਟ ਸਕਿਲਡ ਦਾ ਹੀ ਆ, ਤੇ ਤੁਹਾਨੂੰ ਇੰਗਲਿਸ਼ ਰਿਕੁਆਇਰਮੈਂਟ ਜਿਹੜੀ ਹੈਗੀ ਉਹ ਪੂਰੀ ਤੁਹਾਨੂੰ ਕਰਨੀ ਪੈਣੀ ਹੈ। ਤੁਹਾਨੂੰ ਉਹਨਾਂ ਨੂੰ ਦੇਣਾ ਪੈਣਾ ਟੈਸਟ ਤੁਹਾਨੂੰ। ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਬਹੁਤ ਪੜ੍ਹਾਈ ਕੀਤੀ ਹੈ, ਠੀਕ ਹੈ, ਜੇ ਤੁਸੀਂ ਬਹੁਤ ਡਿਗਰੀਆਂ ਕੀਤੀਆਂ ਆਬਟੇਨ, ਤੇ ਉਹ ਇਹ ਐਕਸਪੈਕਟ ਕਰਦੇ ਹੈ ਵੀ ਤੁਸੀਂ ਇੰਗਲਿਸ਼ ਵੀ ਕਰ ਸਕਦੇ। ਫਿਰ ਤੁਹਾਡੇ ਸਾਹਮਣੇ ਆਈ ਵੁਡਨਟ ਸੇ ਕਿ ਟਫ ਹੋ ਗਏ ਨੇ, ਬਟ ਦੈਟ ਮੇਕ ਸੈਂਸ। ਤੁਸੀਂ ਇੰਗਲਿਸ਼ ਕੰਮ ਕਰਨੀ ਹੈ, ਤੁਸੀਂ PhD ਵਗੈਰਾ ਕੀਤੀ ਹੈ, ਤੁਸੀਂ ਕੁਝ ਵੀ ਹੈਗੇ ਹੋ, ਸਾਇੰਟਿਸਟ ਹੈਗੇ ਹੋ, ਤੁਸੀਂ ਲੋਕਾਂ ਨਾਲ ਡੀਲ ਕਰਨਾ ਇੰਗਲਿਸ਼ ਆਣੀ ਤਾਂ ਜ਼ਰੂਰੀ ਹੈ ਨਾ। ਜਿਹੜੀ ਨੈਸ਼ਨਲ ਲੈਂਗੁਏਜ ਹੈਗੀ ਇੱਥੇ, ਹੁਣ ਕਈ ਯੂਰਪੀਅਨਸ ਹੈਗੇ ਇੱਥੇ ਜਿਹੜੇ ਕਿ ਨਹੀਂ ਬੋਲਦੇ, ਪਰ ਜਿਹੜੇ ਆਪਣੇ ਬੰਦੇ ਹੈਗੇ ਉਹ ਉਹਨਾਂ ਤੋਂ ਜ਼ਿਆਦਾ ਬੋਲ ਲੈਂਦੇ ਆ। ਕਈ ਬੰਦੇ ਇਦਾਂ ਇਹ ਵੀ ਹੁੰਦਾ ਹੈ, ਪਰ ਉੱਥੇ ਸਿਚੁਏਸ਼ਨ, ਪਰ ਉਹਨਾਂ ਨੇ ਸਾਰਾ ਕੁਝ ਲੈਵਲ ਤੇ ਲੈ ਆਂਦਾ। ਹੁਣ ਵੀ ਤੁਸੀਂ ਜਿੱਥੋਂ ਮਰਜ਼ੀ ਆ ਰਹੇ ਹੋ, ਤੁਹਾਨੂੰ UK ਦਾ ਜਿਹੜਾ ਇਮੀਗ੍ਰੇਸ਼ਨ ਲਾਅ ਜਿਹੜਾ ਹੈਗਾ, ਤੁਹਾਨੂੰ ਉਹਦੇ ਨਾਲ ਅਕੋਰਡਿੰਗ ਚੱਲਣਾ ਪੈਣਾ। ਤੁਹਾਨੂੰ ਕੋਈ ਐਡਵਾਂਟੇਜ ਨਹੀਂ ਹੈਗਾ ਕਿਸੇ ਹੋਰ, ਤੁਸੀਂ ਕਿਸੇ ਕੰਟਰੀ, ਤੁਸੀਂ ਯੂਰਪੀਅਨ ਯੂਨੀਅਨ ਤੋਂ ਹੈਗੇ ਆ, ਤੁਹਾਨੂੰ ਬੈਨੀਫਿਟ ਨਹੀਂ ਹੋਣਾ ਕਿਸੇ ਵੀ ਤਰ੍ਹਾਂ ਦਾ ਨਹੀਂ। ਉਹ ਤੁਹਾਨੂੰ ਸੇਮ ਜੋ ਯੂਰਪੀਅਨ ਯੂਨੀਅਨ ਤੋਂ ਬਾਹਰ ਜੋ ਅਪਲਾਈ ਹੁੰਦਾ ਹੈਗਾ ਲਾਅ, ਉਹੀ ਯੂਰਪੀਅਨ ਯੂਨੀਅਨ ਦੇ ਵਿੱਚ ਹੁਣ ਅਪਲਾਈ ਹੋਣਾ, ਸੇਮ ਹੋਣਾ ਸਾਰਾ ਕੁਝ। ਆਈ ਹੋਪ ਤੁਹਾਨੂੰ ਸਭ ਸਮਝ ਪੈ ਰਹੀ। ਜਿੱਦਾਂ ਮੈਂ ਕਿਹਾ, ਕਿਸੇ ਵੀ ਤਰ੍ਹਾਂ ਦਾ ਥੋੜਾ ਬਹੁਤਾ ਸਵਾਲ ਹੈ, ਪਲੀਜ਼ ਕਾਲ ਕਰੋ 0121-551-1001 ਰਾਈਟ ਟਿਲ ਅਪ ਟੂ 10 o'clock ਤੁਸੀਂ ਕਾਲ ਕਰ ਸਕਦੇ ਹੋ। ਇਨਫੈਕਟ ਕੱਲ ਵੀ ਕਰ ਸਕਦੇ ਹੋ। ਆਪਣਾ ਜਦੋਂ ਕਾਲ ਕਰਦੇ ਹੋ ਦੱਸ ਦਿਓ ਕਿ ਵਕੀਲ ਸਾਹਿਬ ਨਾਲ ਗੱਲ ਕਰਨੀ ਹੈ, ਹੁਣ ਸ਼ੋਅ ਦੇ ਵਿੱਚ ਕਿ ਬਾਅਦ 'ਚ ਗੱਲ ਕਰਨੀ ਹੈ। ਮੈਂ ਮੂਵਿੰਗ ਔਨ ਟੂ ਦੀ ਟੀਅਰ 2, ਉਹਦੇ ਉੱਪਰ ਕਿੱਦਾਂ ਉਹਨੂੰ ਅਪਲਾਈ ਕਰਦੇ ਨੇ, ਹਾਊ ਡੂ ਅਪਲਾਈ ਫॉर ਦੈਟ? ਇਹ ਜਿਹੜਾ ਹੈਗਾ, ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਤੁਹਾਡਾ, ਵੀ ਜਦੋਂ ਅਸੀਂ ਹੁਣੇ ਕਿਹਾ ਸੀਗਾ ਵੀ ਸਾਨੂੰ ਜੌਬ ਆਫਰ ਚਾਹੀਦੀ ਹੈਗੀ ਆ, ਜੌਬ ਆਫਰ ਜਿਹੜੀ ਅਸੀਂ ਪੁਆਇੰਟ ਪੂਰੇ ਕਰਨੇ ਹੈਗੇ ਆ। ਅੱਛਾ, ਹਾਂ। ਪਰ ਉਹ ਜੌਬ ਆਫਰ ਤੁਹਾਨੂੰ ਤਾਂ ਹੀ ਮਿਲੂਗੀ ਜੇ ਜਿਹੜਾ ਤੁਹਾਡਾ EMPLOYER ਹੈਗਾ ਉਹਦੇ ਕੋਲ ਟੀਅਰ 2 ਲਾਇਸੈਂਸ ਹੋਊਗਾ। ਜੇ ਟੀਅਰ 2 ਲਾਇਸੈਂਸ ਤੋਂ ਮਤਲਬ ਫੋਰ ਐਗਜ਼ਾਮਪਲ ਜਿੱਦਾਂ ਹੁਣ ਤੁਸੀਂ ਇੱਕ ਡਰਾਈਵਿੰਗ ਲਾਇਸੈਂਸ ਆ, ਡਰਾਈਵਿੰਗ ਲਾਇਸੈਂਸ ਤੁਸੀਂ ਪਰਮਿਸ਼ਨ, ਤੁਹਾਨੂੰ ਲਾਇਸੈਂਸ ਲੈਣਾ ਪੈਂਦਾ ਹੈ DVLA ਤੋਂ, ਵੀ ਤੁਸੀਂ ਗੱਡੀ ਚਲਾ ਸਕਦੇ ਹੋ। ਇਦਾਂ ਹੀ EMPLOYERS ਜਿਹੜੇ ਹੈਗੇ ਉਹਨਾਂ ਨੂੰ ਹੋਮ ਆਫਿਸ ਕੋਲੋਂ ਇੱਕ ਲਾਇਸੈਂਸ ਲੈਣਾ ਪੈਂਦਾ ਵੀ ਤੁਸੀਂ ਜਿਹੜੇ ਸਪਾਂਸਰ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਜਿਹੜੇ ਤੁਹਾਡੇ ਕੋਲ ਜਿਹੜੇ ਮਾਈਗ੍ਰੈਂਟਸ ਆਉਣੇ ਹੈਗੇ, ਤੁਹਾਨੂੰ ਪਾਵਰ ਦਿੱਤੀ ਜਾਂਦੀ ਹੈ ਵੀ ਤੁਸੀਂ, ਤੁਹਾਡੇ ਕੋਲ ਲਾਇਸੈਂਸ ਹੈਗਾ, ਤੁਸੀਂ ਕੁਝ ਨੰਬਰ ਤੱਕ ਤੁਸੀਂ ਜਿੰਨੇ ਵੀ ਤੁਹਾਡੀ ਸਾਈਜ਼ ਹੈਗਾ ਆਰਗੇਨਾਈਜੇਸ਼ਨ ਦਾ, ਤੁਹਾਨੂੰ ਉਹਦੇ ਅਕੋਰਡਿੰਗ ਤੁਹਾਨੂੰ 10 ਬੰਦੇ ਸਪਾਂਸਰ ਕਰਨ ਦੀ ਜਾਂ 15 ਬੰਦੇ ਮਾਈਗ੍ਰੈਂਟ ਸਪਾਂਸਰ ਕਰਨ ਦੀ, 20 ਬੰਦੇ ਸਪਾਂਸਰ, ਜਿੰਨੀ ਵੱਡੀ ਆਰਗੇਨਾਈਜੇਸ਼ਨ ਹੋਊਗੀ ਉਨੀ ਜ਼ਿਆਦਾ ਉਹਨਾਂ ਨੂੰ ਵਾਸਟ ਉਹਨਾਂ ਨੂੰ ਦੇਣੇ ਹੈਗੇ ਉਹਨਾਂ ਨੇ, ਵੀ ਤੁਸੀਂ ਇੰਨੇ ਬੰਦੇ ਕਰ ਸਕਦੇ ਹੈਗੇ ਹੋ, ਡਿਪੈਂਡਿੰਗ ਔਨ ਦਾ ਸਾਈਜ਼ ਆਫ ਦੀ ਆਰਗੇਨਾਈਜੇਸ਼ਨ, ਜੀ ਕਿੰਨਾ ਸਾਈਜ਼ ਉਹਦਾ ਵੱਡਾ ਹੈਗਾ। ਤੁਸੀਂ ਇੱਕ ਤਾਂ ਐਕਸਪਲੇਨ ਕਰ ਦਿੱਤਾ, ਤੇ ਉਹਦੇ ਵਿੱਚ
ਕਿਸ ਤਰ੍ਹਾਂ ਦੇ ਲਾਇਸੈਂਸ ਹੁੰਦੇ ਨੇ? How many types of- ਜਿਹੜੀ ਟੀਅਰ 2 ਕੈਟਾਗਰੀ ਜਿਹੜੀ ਹੈਗੀ ਉਹਦੇ ਵਿੱਚ ਵੀ ਡਿਫਰੈਂਟ ਕੈਟਾਗਰੀਜ਼ ਹੈਗੀਆਂ, ਜਿੱਦਾਂ ਵੀ ਟੀਅਰ 2 ਜਨਰਲ ਹੋ ਗਿਆ, ਜਿਹਦੇ ਵਿੱਚ ਕਾਫੀ ਵਾਸਟ ਜਿਹੜੇ ਮਾਈਗ੍ਰੈਂਟਸ ਹੈਗੇ ਆ ਉਹ ਆ ਜਾਂਦੇ ਹੈਗੇ ਆ। ਟੀਅਰ 2 ਸਪੋਰਟਸ ਪਰਸਨ ਆ ਜਾਂਦੇ ਹੈਗੇ ਆ, ਜਿਹਦੇ ਵਿੱਚ ਜੇ ਤੁਸੀਂ ਸਪੋਰਟਸਮੈਨ ਹੈਗੇ ਹੋ ਜਾਂ ਤੁਸੀਂ ਇੱਥੇ ਗੇਮ ਪਲੇ ਕਰਨ ਆਉਣਾ, ਜਾਂ ਕੋਈ ਸਪੋਰਟਸ ਕਲੱਬ ਹੈਗਾ ਜਾਂ ਕੋਈ ਹੋਰ ਵੱਡੀ ਸਪੋਰਟਸ ਆਰਗੇਨਾਈਜੇਸ਼ਨ ਜਿਹੜੀ ਕਿ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇੱਥੇ ਗੇਮਸ ਹੁੰਦੀਆਂ ਹੈਗੀਆਂ, ਤੁਸੀਂ ਉਹਨੂੰ ਕਰਾਉਂਦੇ ਹੈਗੇ। ਹੁਣ ਜਿੱਦਾਂ ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਆਪਣੀ ਪੰਜਾਬ ਦੀ ਕਬੱਡੀ ਹੋ ਗਈ, ਇੱਥੇ ਕਬੱਡੀ ਦੇ ਮੈਚ ਵੀ ਹੁੰਦੇ ਆ। ਜਿਹੜੀਆਂ ਕਬੱਡੀ ਕਲੱਬਸ ਜਿਹੜੇ ਹੈਗੇ ਉਹਨਾਂ ਨੂੰ ਉਹ ਲੈਣਾ ਪੈਂਦਾ ਹੈਗਾ ਫਿਰ ਟੀਅਰ 2 ਦਾ ਟੀਅਰ 5 ਦਾ ਸਪਾਂਸਰ ਲਾਇਸੈਂਸ, ਵੀ ਜਿਹੜੀਆਂ ਕਬੱਡੀ ਦੀ ਟੀਮਾਂ ਆਉਂਦੀਆਂ ਹੈਗੀਆਂ ਉਹਨਾਂ ਨੂੰ ਸਪਾਂਸਰ ਕਰਨ ਵਾਸਤੇ ਵੀ ਉਹ ਇੱਥੇ ਆ ਕੇ ਆਪਣੀ ਖੇਡ ਕਰ ਸਕਣ। ਜਿਹੜੇ ਬਿਜ਼ਨੈਸਸ ਅਪਲਾਈ ਕਰਦੇ ਫॉर ਟੀਅਰ 2 ਲਾਇਸੈਂਸ ਕਿ ਕਿਸੇ ਨੂੰ ਬਾਹਰੋਂ ਉਹਨਾਂ ਨੇ ਬੁਲਾਣਾ ਹੋਵੇ, ਕਿਸ ਤਰ੍ਹਾਂ ਦੀ ਕੰਪਨੀ, ਉਹਨਾਂ ਦਾ ਕੋਈ ਰਿਕੁਆਇਰਮੈਂਟ ਹੁੰਦੀ ਹੈ? ਜਿੱਦਾਂ ਹੁਣ ਜਿਹੜੇ ਟੀਅਰ 2 ਦੇ ਵਿੱਚ ਤੁਸੀਂ ਕੋਈ ਵੀ ਬਿਜ਼ਨਸ ਹੋ ਸਕਦਾ ਵੀ ਜਿਹੜਾ ਕਿ ਤੁਸੀਂ ਕਰ ਸਕਦੇ ਹੈਗੇ, ਪਰ ਐਸ ਲੌਂਗ ਐਸ ਵੀ ਤੁਹਾਡੀ ਜੌਬ ਪੜ੍ਹੀ ਲਿਖੀ ਲੈਵਲ ਤੇ ਹੋਵੇ। ਵੀ ਤੁਸੀਂ ਜਿੱਦਾਂ ਹੁਣ ਫੋਰ ਐਗਜ਼ਾਮਪਲ ਹੁਣ ਛੋਟੀ ਜਿਹੀ ਐਗਜ਼ਾਮਪਲ ਅਸੀਂ ਲੈ ਲੈਂਦੇ, ਕੋਈ ਮਿਊਜ਼ਿਕ ਕੰਪਨੀ ਹੈ, ਕੋਈ ਮਿਊਜ਼ਿਕ ਕੰਪਨੀ ਜਿਹੜੀ ਹੈਗੀ ਆ ਉਹ ਇੱਥੇ ਮਿਊਜ਼ਿਕ ਕੰਪੋਜ਼ ਕਰਦੇ ਹੈਗੇ ਜਾਂ ਕੋਈ ਕਨਸਰਟਸ ਕਰਾਉਂਦੀ ਹੈਗੀ ਆ, ਉਹ ਟੀਅਰ 2 ਲਾਇਸੈਂਸ ਜਨਰਲ ਲਾਇਸੈਂਸ ਉਹਨਾਂ ਨੂੰ ਅਪਲਾਈ ਕਰਨਾ ਪੈਣਾ ਵਾ। ਜੇ ਤੁਸੀਂ ਕੋਈ ਕੰਪੋਜ਼ਰ ਮੰਗਾਉਣਾ ਹੈਗਾ ਜਾਂ ਤੁਸੀਂ ਕੋਈ ਕਿਸੇ ਨਾ ਕਿਸੇ ਸਿੰਗਰ ਨੂੰ ਮੰਗਾਉਣਾ ਹੈਗਾ, ਤੁਸੀਂ ਉੱਥੋਂ ਦੀ ਤੁਹਾਨੂੰ ਟੀਅਰ 2 ਜਨਰਲ ਦਾ ਤੁਹਾਨੂੰ ਲਾਇਸੈਂਸ ਚਾਹੀਦਾ ਹੈਗਾ ਵੀ ਉਹਦੇ ਵਿੱਚ, ਜਿਹਦੇ ਵਿੱਚ ਤੁਸੀਂ ਜਿਹੜੇ ਨਾਨ EU ਮਾਈਗ੍ਰੈਂਟਸ ਜਿਹੜੇ ਹੈਗੇ, ਤੁਸੀਂ ਆਊਟਸਾਈਡ EU ਜਾਂ EU ਦੇ ਵਿੱਚ ਜਿਹੜੇ ਵੀ ਹੁਣ ਹੈਗੇ ਆ, ਤੁਸੀਂ ਉਹਨਾਂ ਨੂੰ ਉਹ ਸਪਾਂਸਰ ਕਰਕੇ ਉਹਨਾਂ ਨੂੰ ਬੁਲਾ ਸਕਦੇ ਹੈਗੇ ਆ। ਇਦਾਂ ਹੀ ਜੇ ਅਸੀਂ ਗੱਲ ਕਰੀਏ ਜਿੱਦਾਂ ਹੁਣ ਗੁਰਦੁਆਰੇ ਹੋ ਗਏ ਜਾਂ ਰਿਲੀਜੀਅਸ ਆਰਗੇਨਾਈਜੇਸ਼ਨ, ਕੋਈ ਮੰਦਿਰ ਹੋ ਗਏ ਜਾਂ ਕੋਈ ਇਦਾਂ ਦੀਆਂ ਵੀ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਆ, ਉਹਨਾਂ ਵਾਸਤੇ ਵੀ ਉਹਨਾਂ ਨੇ ਇੱਕ ਸਪੈਸ਼ਲ ਟੀਅਰ 2 ਮਿਨਿਸਟਰ ਆਫ ਰਿਲੀਜਨ ਲਾਇਸੈਂਸ ਰੱਖਿਆ ਹੋਇਆ ਵੀ ਜੇ ਤੁਸੀਂ ਤੁਹਾਡੀ ਰਿਲੀਜੀਅਸ ਆਰਗੇਨਾਈਜੇਸ਼ਨ ਜੇ ਤੁਹਾਡੀ ਹੈਗੀ ਆ ਤੇ ਤੁਸੀਂ ਸਾਨੂੰ ਉਹਨਾਂ ਨੂੰ ਅਪਲਾਈ ਕਰਨਾ ਪੈਣਾ ਲਾਇਸੈਂਸ ਵਾਸਤੇ। ਵੀ ਜੇ ਤੁਹਾਨੂੰ ਮਿਨਿਸਟਰ ਆਫ ਰਿਲੀਜਨਸ ਤੁਹਾਨੂੰ ਆਪਣੀ ਦੂਸਰੀ ਕੰਟਰੀ 'ਚ ਚਾਹੀਦੇ ਹੈਗੇ ਆ, ਜੇ ਤੁਹਾਡਾ ਗੁਰਦੁਆਰਾ ਰਨ ਕਰਨਾ ਜਾਂ ਤੁਸੀਂ ਮੰਦਿਰ ਨੂੰ ਰਨ ਕਰਨਾ ਹੈਗਾ, ਜਾਂ ਤੁਸੀਂ ਕੋਈ ਵੀ ਮੌਸਕ ਹੈਗੀ ਆ, ਤੁਸੀਂ ਤੁਹਾਨੂੰ ਮੌਲਵੀ ਚਾਹੀਦਾ ਹੈਗਾ, ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਰਿਲੀਜੀਅਸ ਪਰਸਨ ਚਾਹੀਦਾ ਹੈਗਾ, ਉਹਦੇ ਵਾਸਤੇ ਉਹਨਾਂ ਨੇ ਟੀਅਰ 2 ਮਿਨਿਸਟਰ ਰਿਲੀਜਨ ਰੱਖਿਆ ਹੈਗਾ, ਤੁਹਾਨੂੰ ਉਹਦਾ ਲਾਇਸੈਂਸ ਅਪਲਾਈ ਕਰਨਾ ਪੈਣਾ। ਤੁਸੀਂ ਇਹ ਹੋਮ ਆਫਿਸ ਨੂੰ ਐਪਲੀਕੇਸ਼ਨ ਦੇ ਸਕਦੇ ਹੈਗੇ ਹੋ, ਉਹਦੇ ਵਿੱਚ ਉਹਨਾਂ ਦੀ ਫੀਸ ਵੀ ਹੈਗੀ ਆ, ਤੁਹਾਨੂੰ ਡਾਕੂਮੈਂਟਸ ਵੀ ਕਾਫੀ ਉਹਨਾਂ ਨੇ ਕਹੇ ਹੈਗੇ, ਜਿੱਦਾਂ ਉਹਨਾਂ ਨੇ ਤੁਹਾਡੀ ਸਟਰਕਚਰ ਦੇਖਣਾ ਹੈਗਾ ਆਰਗੇਨਾਈਜੇਸ਼ਨ ਦਾ, ਜੇ ਤੁਹਾਡੀ ਲੀਜ਼ ਹੈਗੀ ਆ, ਬਿਜ਼ਨਸ ਲੀਜ਼ ਹੈਗੀ, ਉਹ ਤੁਹਾਨੂੰ ਕਿੰਨੀ ਪੁਰਾਣੀ ਲੀਜ਼ ਆ ਤੁਹਾਡੀ, ਵੀ ਤੁਹਾਡੇ ਕੋਲ ਪ੍ਰੈਮਿਸਿਸ ਹੈਗੀਆਂ ਆ, ਪਲੱਸ ਤੁਹਾਡੇ ਕੋਲ ਬਿਜ਼ਨਸ ਅਕਾਊਂਟ ਦੇਖਣਾ ਉਹਨਾਂ ਨੇ ਆਰਗੇਨਾਈਜੇਸ਼ਨ ਦਾ, ਬਿਜ਼ਨਸ ਅਕਾਊਂਟ ਦੇ ਵਿੱਚ ਕਿੰਨੀ ਇਨਕਮ ਆ ਜਾ ਰਹੀ ਹੈ, ਉਹ ਤੋਂ ਪਤਾ ਲੱਗੂਗਾ ਵੀ ਉਹ ਸਟਰਕਚਰ ਕੀ ਹੈਗਾ ਉਹਦਾ ਆਰਗੇਨਾਈਜੇਸ਼ਨ ਦਾ। ਜੇ ਤੁਸੀਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਵੀ ਦੇਖਣਾ ਹੈਗਾ ਤੁਸੀਂ ਵੈਟ ਰਜਿਸਟਰਡ ਹੈਗੇ ਕਿ ਨਹੀਂ ਹੈਗੇ, ਤੁਸੀਂ ਸੇਲ ਟੈਕਸ ਰਜਿਸਟਰਡ ਹੈਗੇ ਕਿ ਨਹੀਂ ਹੈਗੇ, ਇਹ ਚੀਜ਼ਾਂ ਸਾਰੀਆਂ ਉਹਨਾਂ ਨੇ ਦੇਖਣੀਆਂ ਹੈਗੀਆਂ ਤੁਹਾਡੀਆਂ। ਵੀ ਤੁਹਾਡੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਬਿਜ਼ਨਸ ਤੁਹਾਡਾ ਹੈਗਾ ਉਹਦੀ ਜਿਹੜੀ ਇੰਸ਼ੋਰੈਂਸ ਆ ਜਾਂਦੀ ਹੈਗੀ ਆ, ਤੁਹਾਡੀ ਪਬਲਿਕ ਲਾਇਬਿਲਿਟੀ ਇੰਸ਼ੋਰੈਂਸ ਆ ਜਾਂਦੀ ਹੈ, ਉਹਦੀ ਇੰਸ਼ੋਰੈਂਸ ਉਹਨਾਂ ਨੇ ਚੈੱਕ ਕਰਨੀ ਹੈਗੀ ਵੀ ਤੁਹਾਡੇ ਕੋਲ ਕਿੰਨੇ ਪਾਉਂਡ ਦੀ ਕਿੰਨੇ ਵੈਲਿਊ ਦੀ ਇੰਸ਼ੋਰੈਂਸ ਤੁਸੀਂ ਹੋਲਡ ਕਰਦੇ ਹੋ। ਉਤੋਂ ਇਹ ਪਤਾ ਲੱਗਦਾ ਵੀ ਆਰਗੇਨਾਈਜੇਸ਼ਨ ਤਾਂ ਪਤਾ ਲੱਗਦਾ ਵੀ ਉਹ ਕਿੰਨੀ ਕੁ ਆਰਗੇਨਾਈਜੇਸ਼ਨ ਵੱਡੀ ਹੈਗੀ ਆ, ਕੀ ਆਰਗੇਨਾਈਜੇਸ਼ਨ ਦੀ ਹਿਸਟਰੀ ਹੈਗੀ ਆ, ਕੈਪੈਸਿਟੀ ਕੀ ਹੈਗੀ ਆਰਗੇਨਾਈਜੇਸ਼ਨ ਦੀ, ਇੱਥੋਂ ਪਤਾ ਲੱਗੂਗਾ ਸਾਰਾ ਵੀ ਉਹ ਉਸ ਹਿਸਾਬ ਨਾਲ ਤੁਹਾਡੀ ਐਪਲੀਕੇਸ਼ਨ ਅਸੈਸ ਕਰਨਗੇ। ਹੁਣ ਜੇ ਫਰਜ਼ ਕਰ ਲਓ ਤੁਸੀਂ ਜੇ ਕੋਈ ਰਿਲੀਜੀਅਸ ਐਸਟੈਬਲਿਸ਼ਮੈਂਟ ਜਿਹੜੀ ਹੈਗੀ ਆ, ਉਹਨਾਂ ਨੇ ਉਹਦੀ ਹਿਸਟਰੀ ਸਾਰੀ ਚੈੱਕ ਕਰਨੀ ਆ ਵੀ ਕਦੋਂ ਐਸਟੈਬਲਿਸ਼ ਹੋਈ ਸੀਗੀ, ਕਿੰਨੀ ਪੁਰਾਣੀ ਆਰਗੇਨਾਈਜੇਸ਼ਨ ਆ, ਕਿੰਨੇ ਬੰਦੇ ਇੱਥੇ ਕੰਮ ਕਰਦੇ ਹੈਗੇ ਆ ਕਰੰਟਲੀ, ਕੀ ਉਹਨਾਂ ਦਾ ਕੀ ਸੈਲਰੀ ਕਿੰਨੀ ਹੈਗੀ ਉਹਨਾਂ ਦੀ, ਤੇ ਉਹ ਡਿਟਰਮਿਨ ਕਰਨਗੇ, ਜਿਹੜੀ ਇੱਥੇ ਦੀ ਇਮੀਗ੍ਰੇਸ਼ਨ ਹੈਗੀ ਉਹ ਡਿਟਰਮਿਨ ਕਰੂਗੀ ਵੀ ਇਹ ਐਲੀਜੀਬਲ ਹੈਗੇ ਕਿ ਨਹੀਂ ਹੈਗੇ, ਪਰ ਤੁਹਾਨੂੰ ਅਪਲਾਈ ਕਰਨਾ ਪੈਣਾ ਵਾ। ਜਿੱਦਾਂ ਹੁਣ ਬੜਾ ਇੰਪੋਰਟੈਂਟ ਹੈਗਾ, ਹੁਣ ਜਿੱਦਾਂ ਹੁਣ ਪੁਆਇੰਟ ਬੇਸ ਸਿਸਟਮ ਸ਼ੁਰੂ ਹੋ ਰਿਹਾ ਆ, ਜਿੰਨੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ, ਤੇ ਮੇਰੀ ਉਹਨਾਂ ਨੂੰ ਇਹੀ ਸਲਾਹ ਹੋਊਗੀ ਵੀ ਤੁਸੀਂ ਟੀਅਰ 2 ਲਾਇਸੈਂਸ ਆਪਣਾ ਅਪਲਾਈ ਕਰਕੇ ਰੱਖ ਲਓ। ਮੇਰੇ ਅਕੋਰਡਿੰਗਲੀ ਉਹ ਦੇਣਗੇ ਲਾਇਸੈਂਸ ਹੁਣ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਵੀ ਹੁਣ ਹਰ ਇੱਕ ਆਰਗੇਨਾਈਜੇਸ਼ਨ ਨੇ ਅਪਲਾਈ, ਜੇ ਬੰਦੇ ਚਾਹੀਦੇ ਹੋਊਗੇ ਉਹਨਾਂ ਨੂੰ, ਇਦਾਂ ਤੇ ਤੁਸੀਂ ਰੱਖ ਨਹੀਂ ਸਕਦੇ ਕੰਮ। ਬੜਾ ਅੱਛਾ ਇੰਪਲੋਇਜ਼ ਲਈ ਵੀ ਐਡਵਾਈਸ ਹੈਗੀ ਹੈ, ਜਿੱਦਾਂ ਤੁਸੀਂ ਦੱਸਿਆ ਤੁਸੀਂ ਅਪਲਾਈ ਕਰਕੇ ਰੱਖੋ, ਕਿ ਦਫਾ ਲੋਡ ਪੈ ਜਾਂਦੀ ਕਿਸੇ ਦੀ ਮਦਦ ਹੋ ਸਕਦੀ। ਕਿਉਂਕਿ ਪਹਿਲੇ ਤਾਂ ਇਸ ਵੇਲੇ ਤੇ ਚਲੋ ਅਗਲੇ 6 ਮਹੀਨੇ ਵੀ ਜੋ ਵੀ ਕੋਈ ਵੀ EMPLOYER ਹੈਗਾ, ਭਾਵੇਂ ਉਹਨਾਂ ਕੋਲ ਜਿਹੜਾ EMPLOYEE ਕੰਮ ਕਰਦਾ ਹੈਗਾ, ਜਿਹਦੇ ਕੋਲ ਯੂਰਪੀਅਨ ਪਾਸਪੋਰਟ ਹੈਗਾ, ਕਿਸੇ ਤਰ੍ਹਾਂ ਦੀ ਚੀਜ਼ ਦੀ ਲੋੜ ਨਹੀਂ ਹੈਗੀ, ਤੁਸੀਂ ਉਹਨਾਂ ਨੂੰ ਰੱਖ ਸਕਦੇ ਹੋ। ਪਰ ਇਦਾਂ ਹੋਣਾ ਨਹੀਂ, ਜਨਵਰੀ 2021 ਤੋਂ ਹੋਣਾ ਨਹੀਂ ਇਦਾਂ। ਪਰ ਜਿਹੜੇ ਵੀ ਤੁਸੀਂ EMPLOYED ਹੈਗੇ, ਕੋਈ ਕੰਸਟਰਕਸ਼ਨ ਕੰਪਨੀ ਹੋਗੀ, ਜੇ ਤੁਸੀਂ ਆਊਟਸਾਈਡ UK ਜਾਂ ਕੋਈ ਬ੍ਰਿਟਿਸ਼ ਨੈਸ਼ਨਲ ਨਹੀਂ ਜਿਹੜਾ ਹੈਗਾ, ਤੁਸੀਂ ਯੂਰਪੀਅਨ ਯੂਨੀਅਨ ਦੇ ਵਿੱਚੋਂ ਜਾਂ ਨਾਨ ਯੂਰਪੀਅਨ ਯੂਨੀਅਨ ਦੇ ਵਿੱਚੋਂ ਹੈਗਾ, ਤੁਸੀਂ ਉਹਨੂੰ ਕੰਸਟਰਕਸ਼ਨ ਵਰਕ ਦੇ ਵਿੱਚ ਰੱਖਣਾ ਆ, ਜਾਂ ਤੁਸੀਂ ਉਹਨੂੰ ਕਿਸੇ ਹੋਰ ਮੈਨੇਜਰੀਅਲ ਲੈਵਲ ਦੇ ਉੱਤੇ ਰੱਖਣਾ ਆ, ਤੁਹਾਡੀ ਹੋਰ ਕੋਈ ਆਰਗੇਨਾਈਜੇਸ਼ਨ ਹੈਗੀ ਆ ਜਿਹਦੇ ਵਿੱਚ ਤੁਸੀਂ ਤੁਹਾਨੂੰ ਬੰਦਿਆਂ ਦੀ ਲੋੜ ਪੈ ਸਕਦੀ ਹੈ, ਤੁਹਾਡਾ ਕੋਈ ਗਾਰਮੈਂਟ ਦਾ ਬਿਜ਼ਨਸ ਹੈਗਾ, ਤੁਹਾਡਾ ਕੋਈ ਵੀ ਤੁਹਾਡਾ ਬਿਜ਼ਨਸ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਹੈਗਾ ਆ, ਤੇ ਜੇ ਤੁਸੀਂ ਕਿਸੇ ਨੂੰ ਜੌਬ ਦੇਣੀ ਹੈਗੀ ਆ, ਤੁਸੀਂ ਸਿਰਫ ਪਾਸਪੋਰਟ ਚੈੱਕ ਕਰਕੇ ਨਹੀਂ ਦੇ ਸਕਦੇ,
ਤੁਹਾਨੂੰ ਉਹਨੂੰ ਟੀਅਰ 2 ਆਪਣੀ ਜੌਬ ਆਫਰ ਦੇਣੀ ਪੈਣੀ ਹੈ ਆਪਣੇ ਲਾਇਸੈਂਸ ਦੇ ਅਕੋਰਡਿੰਗ ਤੇ ਤੁਸੀਂ ਉਹ ਤਾਂ ਹੀ ਕਰ ਪਾਓਗੇ ਜੇ ਤੁਹਾਡੇ ਕੋਲ ਟੀਅਰ 2 ਲਾਇਸੈਂਸ ਹੋਊਗਾ। ਪਰ ਇਹਦੇ ਤੇ ਟਾਈਮ ਬੜੀ ਫਾਸਟ ਜਾ ਰਿਹਾ, ਮੇਰੇ ਪਾਸ ਹੋਰ ਵੀ ਕੋਈ ਕੁਐਸਚਨ ਹੈਗੇ ਨੇ। ਜਿਹੜੀਆਂ ਕੰਪਨੀ ਇਦਾਂ ਹੈਗੀਆਂ ਕੋਈ ਇਮੀਗ੍ਰੇਸ਼ਨ ਇਹ ਤਾਂ ਨਹੀਂ ਕਹੇਗੀ ਕਿ ਤੁਸੀਂ ਪਹਿਲਾਂ ਬੰਦਾ ਲੋਕਲ EMPLOY ਕਰੋ, ਉਹ ਰਿਸਟ੍ਰਿਕਸ਼ਨ ਤਾਂ ਨਹੀਂ ਹੈਗੀ? ਇਦਾਂ ਦੀ ਕੋਈ ਉਹਨਾਂ ਨੇ ਆਬਵੀਅਸਲੀ ਪ੍ਰੈਫਰ ਤੇ ਉਹ ਤੁਹਾਨੂੰ ਇੱਕ ਕਹੂਗੇ, ਪਰ ਇਦਾਂ ਦੀ ਉਹਨਾਂ ਨੇ ਕੋਈ ਕਿਹਾ ਨਹੀਂ ਹੈਗਾ ਕੁਝ ਵੀ ਜੇ ਤੁਹਾਡੇ ਹਾਲੇ ਉਹ ਨਹੀਂ ਹੈਗਾ ਉਹ, ਹਾਂ। ਹਾਂਜੀ ਉਹਨਾਂ ਨੇ ਲੇਬਰ ਮਾਰਕੀਟ ਟੈਸਟ ਹਾਲੇ ਉਹਨਾਂ ਨੇ ਕੁਝ ਕਿਹਾ ਨਹੀਂ ਪਰ ਹੈਗਾ। ਰਿਸਟ੍ਰਿਕਸ਼ਨ ਆ ਸਕਦੀ ਹੈ ਜੇ ਜ਼ਿਆਦਾ ਹਾਲੇ ਨਹੀਂ ਹੈਗੀ ਹੈ। ਜੇ ਤੁਸੀਂ ਟੀਅਰ 2 ਦੇ ਵਿੱਚ ਜੇ ਤੁਸੀਂ ਲਾਇਸੈਂਸ ਜੇ ਤੁਸੀਂ ਕਿਸੇ ਨੂੰ ਵੀ ਸਪਾਂਸਰ ਕਰਨਾ ਚਾਹੁੰਦੇ ਹੋ ਤੇ ਜੇ ਤੁਹਾਡੀ ਵੱਡੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਤੇ ਵੈਰੀ ਇੰਪੋਰਟੈਂਟ ਵੀ ਤੁਸੀਂ ਆਪਣਾ ਟੀਅਰ 2 ਲਾਇਸੈਂਸ ਅਪਲਾਈ ਕਰੋ। ਅਪਲਾਈ ਕਰਕੇ ਆਪਣੇ ਆਪ ਨੂੰ ਤੁਸੀਂ ਸਿਸਟਮ ਦੇ ਵਿੱਚ ਲਿਆਓ। ਤੁਹਾਡੇ ਕੋਲ ਰਾਈਟਸ ਹੋਣਗੇ। ਜੇ ਤੁਹਾਡੇ ਕੋਲ ਮੈਨ ਪਾਵਰ ਘਟ ਗਈ ਹੈ ਜਾਂ ਤੁਹਾਡੇ ਕੋਲ ਮੈਨ ਫੋਰਸ ਘਟ ਗਈ ਹੈਗੀ ਹੈ ਤੇ ਤੁਸੀਂ ਆਪਣਾ ਲਾਇਸੈਂਸ ਯੂਟਿਲਾਈਜ਼ ਕਰਕੇ ਕਿਸੇ ਨੂੰ ਸਪਾਂਸਰ ਕਰਕੇ ਤੁਸੀਂ ਆਪਣੀ ਜੌਬ ਜਿਹੜੀ ਬਿਜ਼ਨਸ ਕੰਮ ਤੇ ਬੰਦਿਆਂ ਨੇ ਕਰਨਾ, ਕੰਮ ਤੇ ਬੰਦਿਆਂ ਨੇ ਹੀ ਕਰਨਾ ਹੈ। ਜੇ ਬੰਦੇ ਤੁਹਾਡੇ ਕੋਲ ਚਾਹੀਦੇ ਹੈਗੇ ਫਿਰ ਤੁਸੀਂ ਉਹਨੂੰ ਰੱਖ ਸਕਦੇ ਹੈਗੇ। ਫਿਰ ਥੋੜਾ ਜਿਹਾ ਮੈਨੂੰ ਲੱਗਦਾ ਮੈਂ ਵੀ ਰਿਪੀਟ ਕਰ ਰਿਹਾ ਕਿਉਂਕਿ ਤੁਸੀਂ ਸਵਾਲ ਆਪਣਾ ਮੈਂ ਕਿਹਾ ਸੀ ਨਾ ਅਸੀਂ ਉਹਦੀ ਗੱਲ ਬਾਤ ਚੁੱਕੇ ਆ ਜਿਹੜਾ 70 ਪੁਆਇੰਟਸ ਵਗੈਰਾ 22,000 ਪਾਉਂਡਸ ਇੰਗਲਿਸ਼ ਲੈਂਗੁਏਜ ਬਾਰੇ। ਹੁਣ ਪ੍ਰੀਤੀ ਪਟੇਲ ਉਹਨੇ ਨਾ ਪੋਸਟ ਬ੍ਰੈਕਸਿਟ ਦੀ ਇਮੀਗ੍ਰੇਸ਼ਨ ਡਿਟੇਲ ਉਹਦਾ ਕੀ ਪਲਾਨ ਹੈਗਾ? ਇਹ ਚੀਜ਼ ਦਾ ਪਲਾਨ ਕਿ ਕੁਝ ਉਹ ਇਸੇ ਪਲਾਨ ਦੀ ਉਹ ਗੱਲ ਕਰਦੇ ਪਏ ਹਾਂਜੀ ਹਾਂਜੀ ਜਿਹੜੇ ਪੁਆਇੰਟ ਬੇਸ ਸਿਸਟਮ ਉਹਨਾਂ ਨੇ ਇੰਪਲੀਮੈਂਟ ਕਰਨਾ ਹੈਗਾ ਉਹ ਸੇਮ ਇਹੀ ਚੀਜ਼ ਹੈਗੀ ਆ ਸਾਰੀ ਜਿਹੜੀ ਕਿ ਅਸੀਂ ਐਕਸਪਲੇਨ ਕੀਤੀ ਹੈਗੀ ਆ ਹੁਣ। ਤੇ ਉਹਨਾਂ ਨੇ ਪਹਿਲੀ ਨੂੰ ਹੋ ਸਲੋ ਉਹ ਆਈ ਜਾਂਦੀ ਪਈ ਹੈ ਗਾਈਡੈਂਸ ਉਹਦੇ ਉੱਤੇ 1 ਜਨਵਰੀ 2021 ਤੋਂ ਜੋ ਹੋਣਾ ਆ ਉਹਦੀ ਗਾਈਡੈਂਸ ਆਉਣੀ ਸ਼ੁਰੂ ਹੋ ਗਈ ਕਿਉਂਕਿ ਟਾਈਮ ਥੋੜਾ ਰਹਿ ਗਿਆ ਹੁਣ। ਇਹਨਾਂ ਨੇ ਅਨਾਉਂਸ ਕੀਤਾ ਸੀਗਾ ਲਾਈਕ ਦ ਬਿਗਨਿੰਗ ਆਫ ਦ ਈਅਰ ਅਨਾਉਂਸ ਕੀਤਾ ਸੀਗਾ ਪਰ ਸਲੋਲੀ ਉਹਦੀ ਡਿਟੇਲਸ ਆਉਣੀਆਂ ਸ਼ੁਰੂ ਹੋ ਗਈਆਂ ਆ ਹੁਣ ਵੀ ਉਹ ਸਲੋਲੀ ਉਹ ਦੱਸਦੇ ਪਏ ਵੀ ਅਸੀਂ ਇਦਾਂ ਇੰਪਲੀਮੈਂਟੇਸ਼ਨ ਕਰਨੀ ਪਾਲਿਸੀ ਦੀ ਰਿਟਨ ਗਾਈਡੈਂਸ ਵੀ ਆ ਗਈ ਹੈਗੀ ਹੈ। ਟਾਈਮ ਬੜੀ ਫਾਸਟ ਜਿਹੜਾ ਮੇਰੇ ਕੋਲ ਸਵਾਲ ਬੜੇ ਸੀਗੇ ਲੋਕਾਂ ਦੇ ਕਾਫੀ ਲਿਖ ਕੀਤਾ ਉਹਦਾ ਪਰ ਮੇਰੇ ਕੋਲ ਜਨਰਲ ਸਵਾਲ ਹੈਗਾ। ਇਹ ਵੀ ਲੇਟੈਸਟ ਨਿਊਜ਼ ਹੈਗੀ ਹੈ 13 ਯੂਨੀਵਰਸਿਟੀਜ਼ ਇਨ UK could go bust without bailout। ਹਾਲੇ ਮੈਂ ਕਲੀਅਰ ਕਰਦਾ ਬਸਟ ਨਹੀਂ ਹੋਈ ਹੈ but they could go bust ਅਗਰ ਬੇਲ ਆਊਟ ਨਾ ਹੋਈ ਤੇ ਉਹਦੇ ਵਿੱਚ ਉਹਨਾਂ ਨੂੰ ਬੇਲ ਆਊਟ ਕਰਨ ਨੂੰ ਮਤਲਬ ਰਫਲੀ ਅਬਾਊਟ 140 ਬਿਲੀਅਨ ਕਾਸਟ ਕਰੇਗਾ। ਹਾਂਜੀ ਇਹ ਵੀ ਉਹਦੇ ਬਾਰੇ ਕੀ ਹਿਸਾਬ ਦੱਸੋ? ਇਹ ਵੀ ਕਾਫੀ ਚਰਚਾ ਦੇ ਵਿੱਚ ਹੈਗਾ ਲਾਸਟ ਵੀਕ ਦੇ ਵਿੱਚ ਉਹਦੀ ਵੀ ਉਹਦੇ ਵਿੱਚ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ 13 ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਉਹ ਉਹਨਾਂ ਨੇ ਕਿਉਂਕਿ ਪੈਂਡੈਮਿਕ ਕਰਕੇ ਉਹਨਾਂ ਦੀ ਜਿਹੜੀ ਬਿਜ਼ਨਸ ਤੇ ਰੈਵਨਿਊ ਦੇ ਵਿੱਚ ਕਾਫੀ ਡਾਊਨਫਾਲ ਆਇਆ ਲਾਈਕ ਮੈਨੀ ਆਫ ਦ ਬਿਜ਼ਨੈਸ ਜਿਹੜੇ ਮੈਨੀ ਆਫ ਦ ਬਿਜ਼ਨੈਸ ਜਿਨ੍ਹਾਂ ਨੇ ਸਫਰ ਕੀਤਾ ਇਹਦੇ ਵਿੱਚ ਯੂਨੀਵਰਸਿਟੀਜ਼ ਵੀ ਬਚੀਆਂ ਨਹੀਂ ਗਿਆ ਕਿਉਂਕਿ ਤੁਸੀਂ ਦੇਖਣਾ ਪੈਣਾ ਵੀ ਹਰ ਸਾਲ ਸੈਪਟੈਂਬਰ ਦੇ ਵਿੱਚ ਬੈਚ ਹੁੰਦਾ ਸੀਗਾ, ਜਨਵਰੀ ਦੇ ਵਿੱਚ ਬੈਚ ਹੁੰਦਾ ਸੀਗਾ ਤੇ ਮਿਲੀਅਨਸ ਆਫ ਟ੍ਰਿਲੀਅਨਸ ਆਫ ਪਾਉਂਡ ਦੀ ਫੀਸ ਆਉਂਦੀ ਸੀਗੀ ਪਰ ਸੈਡਲੀ ਇਸ ਸਾਲ ਜਿਹੜੀ ਪੈਂਡੈਮਿਕ ਕਰਕੇ ਸਾਰੀ ਐਪਲੀਕੇਸ਼ਨਸ ਵਗੈਰਾ ਬੰਦ ਹੋਈਆਂ ਉਹਦੇ ਵਿੱਚ ਯੂਨੀਵਰਸਿਟੀਜ਼ ਦੇ ਜਿਹੜੇ ਸਟੂਡੈਂਟਸ ਦੀ ਇਨਟੇਕ ਜਿਹੜੀ ਸੀਗੀ ਉਹ ਵੀ ਡਿਕਲਾਈਨ ਹੋਈ ਕਾਫੀ। ਪਰ ਟਾਈਮ ਬੜੀ ਫਾਸਟ ਜਾ ਰਿਹਾ ਮਤਲਬ ਦਾ ਟਾਈਮੈਂਟ ਰਹਿੰਦੇ ਨੇ। ਇਕਬਾਲ ਜੀ ਹੁਣ ਜਿੱਦਾਂ ਸਟੂਡੈਂਟ ਚਾਈਨਾ ਤੋਂ ਇੰਡੀਆ ਤੋਂ ਸਪੇਨ ਤੋਂ ਨਾਈਜੀਰੀਆ ਐਂਡ ਉਹ ਸਾਰੇ ਕੈਂਪਸਸ ਵਿੱਚ ਹੈਗੇ ਨੇ ਐਂਡ ਦੇ ਆਰ ਅਨੇਬਲ ਟੂ ਰਿਟਰਨ ਹੋਮ ਉੱਥੇ ਵੀ ਹੁਣ ਕੋਰੋਨਾ ਵਾਇਰਸ ਕਰਕੇ ਲਾਕਡਾਊਨ ਹੈਗੀ ਆ ਇੱਥੇ ਯੂਨੀਵਰਸਿਟੀਜ਼ ਮੇ ਵੀ ਬਸਟ ਹੋ ਜਾਣਗੀਆਂ। ਆਈ ਫੀਲ ਸੌਰੀ ਫॉर द ਇੰਟਰਨੈਸ਼ਨਲ ਸਟੂਡੈਂਟਸ ਦੇ ਟੋਟਲੀ ਸਟਕ ਉਹ ਇਹਦੇ ਹਾਲਾਤ ਕੀ ਕਰ ਸਕਦੇ ਨੇ? ਦੇਖੋ ਇਹ ਉਹਨਾਂ ਨੂੰ ਦੇਖਣਾ ਪੈਣਾ ਹੈਗਾ ਵੀ ਕਿਹੜੀ ਕੰਟਰੀ 'ਚ ਜਾਣਾ ਹੈਗਾ ਉਹਨਾਂ ਨੇ ਤੇ ਜੇ ਤਾਂ ਉਹਨਾਂ ਦੀ ਕੰਟਰੀ ਦੇ ਵਿੱਚ ਅਲਾਉ ਕਰਦੇ ਹੈਗੇ ਆ ਟਰੈਵਲ ਤੇ ਉਹਨਾਂ ਨੂੰ ਜਾਣਾ ਆਪਣੀ ਟਿਕਟ ਕਰਾ ਸਕੇ ਜਾ ਸਕਦੇ ਹੈਗੇ। ਜੇ ਨਹੀਂ ਜਾ ਸਕਦੇ ਹੈਗੇ ਤੇ 31 ਤੱਕ ਤੇ ਉਹਨਾਂ ਨੇ ਕਿਹਾ ਹੋਇਆ ਵੀ ਤੁਸੀਂ ਰਹਿ ਸਕਦੇ ਹੋ 31 ਜੁਲਾਈ ਤੱਕ ਤੇ ਉਸ ਤੋਂ ਬਾਅਦ ਜੇ ਅੱਗੇ ਇਹਨੂੰ ਐਕਸਟੈਂਡ ਕਰਦੇ ਕਿ ਨਹੀਂ ਕਰਦੇ ਇਹਦੇ ਬਾਰੇ ਹਲੇ ਕੋਈ ਗਾਈਡਲਾਈਨ ਨਹੀਂ ਆਈ ਹੈਗੀ ਹਲੇ ਤੇ ਜੇ ਇੱਥੇ ਸਟਕ ਹੈਗੇ ਆ ਪਰ ਉਹ ਆਪਣੀ ਕੰਟਰੀ ਨੂੰ ਦੇਖਣ ਆਪਣੀ ਐਮਬੈਸੀਜ਼ ਨੂੰ ਕੰਟੈਕਟ ਕਰਨ ਵੀ ਕਿਸੇ ਨਾ ਕਿਸੇ ਤਰ੍ਹਾਂ ਚਾਰਟਰ ਫਲਾਈਟਸ ਜੇ ਚੱਲਦੀਆਂ ਹੈਗੀਆਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਟਿਕਟ ਕਰਾ ਕੇ ਆਪਣੀ ਜਾਣ ਦੀ ਕੋਸ਼ਿਸ਼ ਕਰਨ। There's so much time left 31 ਜੁਲਾਈ ਤੇ ਬੜੀ ਛੇਤੀ ਆ ਹਾਂਜੀ ਫਿਰ ਹਾਲੇ ਤੱਕ ਤਾਂ ਕੋਈ ਗਾਈਡੈਂਸ ਨਹੀਂ ਹੈਗੀ ਮੇ ਬੀ ਇਸ ਵੀਕ ਜਾਂ ਨੈਕਸਟ ਵੀਕ ਤੱਕ ਜੇ ਕਈ ਕੰਟਰੀਆਂ ਦੇ ਵਿੱਚ ਹੁਣ ਜਿੱਦਾਂ ਇੰਡੀਆ ਲੈ ਲਓ ਤੁਸੀਂ ਆਪਣਾ ਉਹਦੇ ਵਿੱਚ ਵੀ ਹਾਲੇ ਕਾਫੀ ਕੰਟਰੋਲ ਨਹੀਂ ਆ ਰਿਹਾ ਪੈਂਡੈਮਿਕ ਜਿਹੜੀ ਹੈਗੀ ਆ ਉੱਥੇ ਜਿਹੜੀ ਕੇਸਿਸ ਵਧੀ ਜਾ ਰਹੇ ਉੱਥੇ ਹਾਂਜੀ ਉੱਥੇ ਹਲੇ ਕੰਟਰੋਲ ਕਾਬੂ ਨਹੀਂ ਆ ਰਹੀ ਗੱਲ ਹਲੇ ਤੇ ਟਰੈਵਲ ਉੱਥੋਂ ਦੀ ਇਹਨਾਂ ਨੇ ਬੰਦ ਕੀਤਾ ਹੋਇਆ ਹੈਗਾ ਕਿਉਂਕਿ 59 ਕੰਟਰੀਜ਼ ਜਿਹੜੀਆਂ ਸੀਗੀਆਂ ਉਹਨਾਂ ਨੇ ਕੁਆਰੰਟਾਈਨ ਰੂਲਸ ਤੋਂ ਬਾਹਰ ਕੀਤਾ ਹੈਗਾ ਪਰ ਬਾਕੀ ਕਾਫੀ ਕੰਟਰੀਆਂ ਜਿਹੜੀਆਂ ਹੈਗੀਆਂ ਵੀ ਉੱਥੋਂ ਦੀ ਜੇ ਤੁਸੀਂ ਆ ਰਹੇ ਹੈਗੇ ਤਾਂ ਤੁਹਾਨੂੰ ਕੁਆਰੰਟਾਈਨ ਕਰਨਾ ਪੈਣਾ ਹੈਗਾ। ਇਹ ਪਰਸਨਲ 2 ਮਿੰਟ ਹੈ ਤੁਸੀਂ 1 ਮਿੰਟ ਤੁਹਾਨੂੰ ਦੇਣਾ ਕੁਇਕਲੀ ਸੌਰੀ ਸਾਰੇ ਕੰਪਲੀਟ ਨਹੀਂ ਕਰ ਪਾਏ ਆਈ ਹੋਪ ਤੁਸੀਂ ਫਾਇਦਾ ਉਠਾ ਰਹੇ ਹੋ ਜੋ ਵੀ ਸਵਾਲ ਜਵਾਬ ਹੋ ਰਹੇ ਨੇ ਬੜੇ ਜਨਰਲ ਸਵਾਲ ਹੈ ਬੜੇ ਇੰਪੋਰਟੈਂਟ ਸਵਾਲ ਹੈ। ਹੈਲਥ ਕੇਅਰ ਦਾ ਨਵਾਂ ਸਿਸਟਮ ਕੀ ਹੈਗਾ? ਹੈਲਥ ਕੇਅਰ ਵਰਕਰਸ ਜਿਹੜੇ ਹੈਗੇ ਉਹਨਾਂ ਨੇ ਇੱਕ ਫਾਸਟ ਟਰੈਕ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਵੀ ਜੇ ਤੁਸੀਂ ਹੈਲਥ ਕੇਅਰ ਵਰਕਰਸ ਜਿਹੜੇ ਹੈਗੇ ਤੁਹਾਨੂੰ ਫਾਸਟ ਟਰੈਕ ਬੇਸਿਸ ਦੇ ਉੱਤੇ ਤੁਹਾਨੂੰ ਵੀਜ਼ਾ ਗ੍ਰਾਂਟ ਕੀਤਾ ਜਾਊਗਾ ਤੇ ਤੁਹਾਨੂੰ ਜਿਹੜੀ ਐਪਲੀਕੇਸ਼ਨ ਫੀਸ ਵੀ ਜਿਹੜੀ ਹੈਗੀ ਉਹ ਤੁਹਾਨੂੰ ਰਿਡਿਊਸ ਕੀਤੀ ਜਾਊਗੀ ਤੁਹਾਨੂੰ ਪਰ ਉਹਦੇ ਵਿੱਚ ਸੈਡਲੀ ਉਹਨਾਂ ਨੇ ਜਿਹੜੇ ਆਪਣੇ ਜਿਹੜੇ ਹੋਮ ਕੇਅਰਸ ਜਿਹੜੇ ਹੈਗੇ ਆ
ਤੇ ਜਿਹੜੇ ਦੂਜੇ ਹੈਗੇ ਆ ਹੋਮ ਕੇਅਰਸ ਹੈਗੇ ਤੇ ਸੋਸ਼ਲ ਕੇਅਰ ਦੇ ਵਿੱਚ ਉਹ ਉਹਨਾਂ ਨੇ ਲਿਸਟ ਦੇ ਵਿੱਚ ਇਨਕਲੂਡ ਨਹੀਂ ਕੀਤਾ sadly। ਨਹੀਂ ਕੀਤੇ home ਹਾਂਜੀ care ਹਾਂਜੀ ਵਾਲੇ। ਪਰ ਕਾਫੀ ਜੇ ਤੁਸੀਂ ਉਹਦਾ ਹੈਲਥ ਕੇਅਰ ਵਰਕਰਸ ਹੈਗੇ, ਤੁਸੀਂ ਡਾਕਟਰਸ ਹੈਗੇ ਜਾਂ ਕੁਝ ਕੋਈ ਵੱਡੀ ਤੁਸੀਂ ਪੋਸਟ ਤੇ ਹੈਗੇ ਆ, ਤੁਸੀਂ ਸਰਜਨਸ ਜਿਹੜੇ ਹੈਗੇ ਆ, ਉਹਨਾਂ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਤੁਹਾਨੂੰ ਵਿਦਿਨ 3 ਵੀਕਸ ਫਾਸਟ ਟਰੈਕ ਬੇਸਿਸ ਦੇ ਉੱਤੇ ਤੁਹਾਨੂੰ ਅਸੀਂ ਵੀਜ਼ਾ ਗ੍ਰਾਂਟ ਕਰਾਂਗੇ ਤੁਹਾਨੂੰ। ਤੇ ਜਿਹੜੀ ਇਮੀਗ੍ਰੇਸ਼ਨ ਜਿਹੜੀ ਫੀਸ ਵੀ ਹੈਗੀ ਉਹ ਵੀ ਉਹਨਾਂ ਨੇ ਕਾਫੀ ਨਾਰਮਲ ਫੀਸ ਨਾਲੋਂ ਕਾਫੀ ਸੋ ਬੇਸਿਕਲੀ ਰਿਸਟ੍ਰਿਕਸ਼ਨ ਲੋ ਸਕਿੱਲ ਤੇ ਹਾਈ ਸਕਿੱਲ ਦਾ ਫਰਕ ਹਾਂਜੀ ਹੈ ਲੋ ਸਕਿੱਲ ਤੇ ਹਾਈ ਸਕਿੱਲ ਦਾ ਫਰਕ ਹੈਗਾ ਹੈ ਇੱਥੇ। ਇਹ ਚੀਜ਼ ਹੈਗੀ ਜਿਹੜੇ ਸੋਸ਼ਲ ਕੇਅਰ ਦੇ ਵਿੱਚ ਹੈਗੇ ਆ ਜਾਂ ਹੋਮ ਕੇਅਰ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਲਿਸਟ ਦੇ ਵਿੱਚ ਨਹੀਂ ਆਉਂਦੇ ਹੈਗੇ, ਪਰ ਉਹਦਾ ਜਿਹੜੇ ਅਦਰਵਾਈਜ਼ ਜਿਹੜੇ ਹੈਲਥ ਕੇਅਰ ਵਰਕਰਸ ਜਿਹੜੇ ਹੈਗੇ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਹੈਗਾ ਵੀ ਅਸੀਂ ਇਹਨਾਂ ਨੂੰ ਪ੍ਰਾਇੋਰਟਾਈਜ਼ ਕਰਾਂਗੇ, ਇਹਨਾਂ ਨੂੰ ਫਾਸਟ ਟਰੈਕ ਕਰਾਂਗੇ ਕਿਉਂ ਤੋਂ ਬਾਹਰ ਨਿਕਲ ਕੇ ਉਹਨਾਂ ਨੂੰ ਅਸੀਂ ਫੀਸ ਵੀ ਨਹੀਂ ਇਹਨਾਂ ਨੂੰ ਪੇ ਕਰਨੀ ਪਊਗੀ ਜਿਹੜੀ ਕਿ ਨਾਰਮਲ ਫੀਸਾਂ ਹੁੰਦੀਆਂ ਆ। ਤੇ ਇਹਨਾਂ ਨੂੰ ਉਹਨਾਂ ਨੇ ਮੇਬੀ ਇਹ ਕਰੋਨਾ ਵਾਇਰਸ ਪੈਂਡੈਮਿਕ ਕਰਕੇ ਉਹਨਾਂ ਨੇ ਰੱਖੀ ਹੈਗੀ ਇਹ ਚੀਜ਼ ਵੀ ਇਹਨਾਂ ਨੂੰ ਜੇ ਡਾਕਟਰ ਸੇ ਜੇ ਲੋੜ ਪੈ ਜਾਵੇ ਤੇ ਜੇ ਕੱਲ ਨੂੰ ਜੇ ਵੇਵ ਆ ਜਾਂਦੀ ਹੈ ਸੈਕਿੰਡ ਜਾਂ ਕੁਝ ਵੀ ਹੋ ਜਾਂਦਾ ਉਹਦੇ ਵਿੱਚ ਉਹਨਾਂ ਨੇ ਪ੍ਰੋਵੀਜ਼ਨਸ ਰੱਖੀਆਂ ਹੈਗੀਆਂ ਵੀ ਜਿਹਦੇ ਵਿੱਚ ਡਾਕਟਰਸ ਨੂੰ ਇਹ ਇੱਥੇ ਲਿਆ ਸਕਦੇ ਆ ਓਵਰਨਾਈਟ। ਬਹੁਤ ਅੱਛੇ ਕਾਫੀ ਤੁਹਾਡੇ ਮੈਂ ਸਵਾਲ ਪਤਾ ਕਰਨੇ ਸੀ ਪਤਾ ਲੱਗਿਆ ਟਾਈਮ ਬੜੀ ਛੇਤੀ ਖਤਮ ਹੋ ਗਿਆ। ਦੇਖੋ ਬੜੀ ਕੋਸ਼ਿਸ਼ ਹੁੰਦੀ ਹੈ ਕਲਚਰ ਵਿੱਚ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਓ। ਤੁਸੀਂ ਦੁਨੀਆ 'ਚ ਕਿਤੇ ਵੀ ਬੈਠੇ ਹੋ ਹਰ ਤਰ੍ਹਾਂ ਦਾ ਐਜੂਕੇਸ਼ਨਲ ਇਨਫੋਰਮੇਟਿਵ ਪ੍ਰੋਗਰਾਮ ਤੁਹਾਡੇ ਪਾਸ ਲੈ ਕੇ ਆਉਂਦੇ ਹਾਂ, ਤੁਹਾਨੂੰ ਗਾਈਡ ਦਿੰਦੇ ਹਾਂ ਹਰ ਤਰ੍ਹਾਂ ਦਾ। ਟੈਲੀਫੋਨ ਨੰਬਰ ਵੀ ਸਕਰੀਨ ਉੱਪਰ ਆ ਰਿਹਾ ਸੀ, ਤੁਸੀਂ ਕਾਲ ਕਰਕੇ ਵਕੀਲ ਨਾਲ ਗੱਲ ਕਰ ਸਕਦੇ ਹੋ। ਬਹੁਤ ਇੰਪੋਰਟੈਂਟ ਹੈ। ਆਲਵੇਜ਼ ਧੱਕੇ ਨਾ ਖਾਓ।